ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ। ਗੁਰ ਕਿਰਪਾਲ ਜਪ ਭਏ ਤਾਪ ਗੁਣ ਸਭ ਛਪੇ। ਐਸੇ ਦੀਨ ਦਿਆਲ ਕਰਨ ਕਾਰਨ ਭਗਤ ਬਛਲ ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਸੱਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ। ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਪਾਸੋਂ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਵਾਇਆ। ਬਚਨ ਕੀਤਾ ਕਿ ਹਾਲੇ ਇਹ ਗੱਲ ਪ੍ਰਗਟ ਨਹੀਂ ਕਰਨੀ, ਵਿਦਤ ਨਹੀਂ ਕਰਨੀ, ਸਮਾਂ ਆਉਣ ਤੇ ਪ੍ਰਗਟ ਕਰਨੀ ਹੈ। ਤਿਆਰੀ ਕਰ ਲਈ। ਪੂਜਨੀਕ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਨੇ ਧੀਰਜ ਦਿੱਤਾ ਹੈ, ਉਪਦੇਸ਼ ਦਿੱਤਾ ਹੈ। ਮਾਤਾ ਜੀ ਦਾ ਮਨ ਬਿਰਹਾ ਤੁਰ ਬੈਰਾਗੀ ਹੋਇਆ। ਸਤਿਗੁਰੂ ਜੀ ਨੇ ਬਚਨ ਕੀਤੇ, ਗੰਗਾ ਜੀ ਇਹ ਸੰਸਾਰ ਨਾਸ਼ਵਾਨ ਹੈ, ਬਿਨਸਣ ਵਾਲਾ ਹੈ। ਇਹੀ ਸੱਚਾਈ ਹੈ ਔਰ ਤੁਸੀਂ ਹਾਲੇ ਆਪਣੇ ਪੋਤਰਿਆਂ ਨੂੰ ਖਿਡਾਉਣਾ ਹੈ। ਜਿੰਨਾ ਚਿਰ ਪਰਾਲਬਧ ਹੈ ਉਸ ਨੂੰ ਭੋਗ ਕੇ ਸਰੀਰ ਤਿਆਗ ਕੇ ਤੁਸੀਂ ਸਾਨੂੰ ਆ ਕੇ ਹੀ ਮਿਲਣਾ ਹੈ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ। ਮਾਤਾ ਗੰਗਾ ਜੀ ਦੇ ਹਿਰਦੇ ਦੇ ਸਾਰੇ ਮੋਹ ਦੇ ਪਰਦੇ ਦੂਰ ਕਰਕੇ ਅੰਦਰ ਗਿਆਨ ਪ੍ਰਕਾਸ਼ ਕਰ ਦਿੱਤਾ ਹੈ। ਅਗਲੇ ਦਿਨ ਸਵੇਰੇ 5 ਸਿੱਖ ਨਾਲ ਲਏ। ਭਾਈ ਪੈੜਾ, ਭਾਈ ਲੰਗਾ, ਭਾਈ ਪੁਰਾਣਾ, ਭਾਈ ਵਿਧੀ ਚੰਦ, ਭਾਈ ਜੇਠਾ, ਇਹਨਾਂ 5 ਸਿੱਖਾਂ ਨੂੰ ਨਾਲ ਲੈ ਕੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਦਰਬਾਰ ਸਾਹਿਬ ਨਮਸਕਾਰ ਕੀਤੀ। ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨ ਮਨਾਏ ਹਨ ਔਰ ਲਾਹੌਰ ਨੂੰ ਰੁਖਸਤ ਹੋਏ ਨੇ। ਚਾਲਾ ਪਾਇਆ। ਜਾਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਸੁਨੇਹਾ ਭੇਜਿਆ ਕਿ ਬਾਬਾ ਅਰਥਮਲ ਜੀ ਨੂੰ ਕਹੋ ਕਿ ਉਹ ਲਾਹੌਰ ਆ ਕੇ ਸਾਨੂੰ ਮਿਲਣ। ਸੇਵਕ ਗੋਇੰਦਵਾਲ ਸਾਹਿਬ ਪਹੁੰਚਿਆ। ਬਾਬਾ ਅਰਥਮਲ ਜੀ ਨੂੰ ਆ ਕੇ ਗੁਰੂ ਸਾਹਿਬ ਦਾ ਸੁਨੇਹਾ ਦਿੱਤਾ ਹੈ। ਅਗਲੇ ਦਿਨ ਸਵੇਰੇ ਹੀ ਬਾਬਾ ਅਰਥਮਲ ਜੀ ਗੋਇੰਦਵਾਲ ਸਾਹਿਬ ਤੋਂ ਲਾਹੌਰ ਨੂੰ ਚੱਲ ਪਏ ਨੇ। ਉਧਰ ਲਾਹੌਰ ਸ਼ਹਿਰ ਵਿੱਚ ਭਾਈ ਸੱਧੂ ਨਾਮ ਦਾ ਇੱਕ ਗੁਰੂ ਕਾ ਸਿੱਖ ਹੈ, ਜਿਹੜਾ ਆਪਣੇ ਘਰ ਵਿੱਚ ਉਡੀਕ ਕਰ ਰਿਹਾ ਹੈ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਆਉਣ ਤੇ ਮੇਰੇ ਘਰ ਚਰਨ ਪਾਉਣ, ਰਾਤ ਮੇਰੇ ਘਰੇ ਰਹਿਣ, ਮੈਂ ਉਹਨਾਂ ਦਾ ਲੰਗਰ ਪ੍ਰਸ਼ਾਦ ਛਕਾ ਕੇ ਸੇਵਾ ਟਹਿਲ ਕਰਾਂ। ਮਹਾਰਾਜ ਜੀ ਮੈਨੂੰ ਕਿਰਤਾਰਥ ਕਰ ਦੇਣ। ਭਾਈ ਸੱਧੂ ਦੇ ਮਨ ਦੀ ਇਹ ਭਾਵਨਾ ਹੈ। ਰੋਜ਼ ਸਵੇਰੇ ਸ਼ਾਮ ਅਰਜ਼ੋਈਆਂ ਕਰਦਾ, ਮਹਾਰਾਜ ਪੰਜਵੇਂ ਪਾਤਸ਼ਾਹ ਕਦੋਂ ਆਓਗੇ। ਉਹ ਅਵਸਥਾ ਬਣੀ ਹੋਈ ਹੈ ਜੋ ਮਹਾਰਾਜ ਜੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੀ। ਉਡੀਨੀ 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 ਕਬ ਘਰ ਆਵੈ ਰੀ। ਮਹਾਰਾਜ ਕਦੋਂ ਆਉਣਗੇ, ਮੈਂ ਉਡੀਕਦੀ ਹਾਂ, ਮੈਂ ਉਡੀਕਦੀ ਹਾਂ, ਉਡੀਕਦੀ ਹਾਂ। ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ। ਏਦਾਂ ਦੀ ਭਾਵਨਾ ਭਾਈ ਸੱਧੂ ਦੇ ਦਿਲ ਵਿੱਚ ਹੈ। ਪੰਜਵੇਂ ਪਾਤਸ਼ਾਹ ਦੀ ਭਾਵਨਾ ਪੂਰੀ ਕਰਨ ਵਾਸਤੇ ਲਾਹੌਰ ਸ਼ਹਿਰ ਦੇ ਵੱਡੇ ਵੱਡੇ ਸਿੱਖਾਂ ਦੇ ਘਰ ਛੱਡ ਕੇ ਇਸ ਗਰੀਬ ਸਿੱਖ ਭਾਈ ਸੱਧੂ ਦੇ ਘਰ ਗਏ ਨੇ ਔਰ ਇਹਦੇ ਘਰ ਚਰਨ ਪਾ ਕੇ ਇਹਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ। ਆਓ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸੱਦੋ ਸਿੱਖ ਸਪਾਰ ਜਾ, ਪ੍ਰੇਮ ਕਰੇ ਮਨ ਮਾਏ। ਭਾਈ ਸੱਧੂ ਜੋ ਗੁਰੂ ਘਰ ਦਾ ਮਹਾਨ ਸਿੱਖ ਹੈ, ਆਪਣੀ ਘਰ ਵਾਲੀ ਦੇ ਸਮੇਤ ਲਾਹੌਰ ਸ਼ਹਿਰ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੀਤ ਕਰਦਾ ਹੈ, ਭਾਵਨਾ ਕਰਦਾ ਹੈ। ਸ਼੍ਰੀ ਅਰਜਨ ਸਭ ਜਾਣ ਕਰ, ਪਹੁੰਚੇ ਤਿਸ ਘਰ ਮਾਏ। ਇਹਨਾਂ ਦੰਪਤੀ ਦਾ ਪ੍ਰੇਮ ਮਹਾਰਾਜ ਜੀ ਨੇ ਵੇਖਿਆ, ਦੋਨਾਂ ਦਾ ਪਿਆਰ ਵੇਖਿਆ, ਭਾਈ ਸੱਧੂ ਤੇ ਉਹਦੀ ਘਰਵਾਲੀ ਦਾ। ਇਹਨਾਂ ਦੇ ਦਿਲ ਦੀ ਭਾਵਨਾ ਤੇ ਪ੍ਰੇਮ ਪਰਖ ਕੇ ਵੇਖ ਕੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਸੱਧੂ ਦੇ ਘਰ ਪਹੁੰਚੇ ਹਨ ਔਰ ਇਹਦੇ ਘਰ ਆ ਕੇ ਆਪਣੇ ਚਰਨ ਪਾਏ ਹਨ। ਚੋਪਈ ਹੀਰ ਆਨੰਦ ਰੂਪ ਗੁਰ ਕੇਰਾ। ਭਾਈ ਸੱਧੂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰਾਂ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਕੇ ਭਾਈ ਸੱਧੂ ਦਾ ਹਿਰਦਾ ਆਨੰਦ ਨਾਲ ਭਰ ਗਿਆ, ਹਿਰਦਾ ਖੇੜੇ ਤੇ ਵਿਗਾਸ ਨਾਲ ਭਰ ਗਿਆ। ਬੰਧਨ ਕਰੀ ਚਰਨ ਤਿਸ ਬੇਰਾ। ਉਸੇ ਵਕਤ ਭਾਈ ਸੱਧੂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਤੇ ਬੰਦਨਾ ਕੀਤੀ ਹੈ। ਬੜੇ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਹੈ। ਘਟ ਘਟ ਕੇ ਨਿਤ ਅੰਤਰ ਜਾਮੀ। ਆਖਿਆ ਮਹਾਰਾਜ ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ, ਅੰਤਰਜਾਮੀ ਹੋ, ਸਭ ਦੇ ਦਿਲਾਂ ਦੀਆਂ ਬੁੱਝਦੇ ਹੋ, ਜਾਣਦੇ ਹੋ। ਦਾਸ ਕਾਮਨਾ ਪੁਰਵੋ ਸੁਆਮੀ। ਮਹਾਰਾਜ ਤੁਸੀਂ ਆਪਣਿਆਂ ਦਾਸਾਂ ਦੀਆਂ ਕਾਮਨਾਵਾਂ ਪੁਰਵਦੇ ਹੋ। ਤੁਹਾਡੇ ਦਾਸਾਂ ਦੇ ਦਿਲਾਂ ਵਿੱਚ ਜੋ ਕਾਮਨਾ ਹੁੰਦੀ ਹੈ ਉਹ ਕਾਮਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਪੂਰੀ ਕਰਦੇ ਹੋ। ਤੁਸੀਂ ਇੱਛਾ ਪੂਰਕ ਹੋ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਮਹਾਰਾਜ ਤੁਹਾਡੇ ਦਾਸ ਤੁਹਾਡੇ ਚਰਨਾਂ 'ਚ ਜੋ ਇੱਛਾ ਕਰਦੇ ਨੇ ਤੁਸੀਂ ਪੂਰੀ ਕਰਦੇ ਹੋ। ਜੋ ਮੰਗਦੇ ਨੇ ਮਿਲਦਾ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਤੁਸੀਂ ਆਪਣਿਆਂ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਦੇ ਹੋ। ਧਨੀ ਸਿੱਖ ਧਰਮਸ਼ਾਲਾ ਛੋਰ। ਮਹਾਰਾਜ ਤੁਸੀਂ ਅੱਜ ਮੇਰੇ ਤੇ ਕਿੰਨੀ ਕਿਰਪਾ ਕੀਤੀ ਹੈ। ਵੱਡੇ ਵੱਡੇ ਧਨੀ ਸਿੱਖ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਧਰਮਸ਼ਾਲਾਵਾਂ ਸਨ, ਉਹ ਸਾਰਾ ਕੁਝ ਛੱਡ ਕੇ, ਹਾਲਾਂਕਿ ਲਾਹੌਰ ਸ਼ਹਿਰ ਵਿੱਚ ਬੜੀ ਵੱਡੀ ਧਰਮਸ਼ਾਲਾ ਸੀ, ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਸਥਾਨ ਸੀ, ਤੁਸੀਂ ਉੱਥੇ ਨਹੀਂ ਗਏ। ਜਿਹੜੇ ਵੱਡੇ ਵੱਡੇ ਗੁਰਸਿੱਖ ਰਹਿੰਦੇ ਨੇ ਲਾਹੌਰ ਸ਼ਹਿਰ ਵਿੱਚ, ਤੁਸੀਂ ਉਹਨਾਂ ਦੇ ਘਰ ਵੀ ਨਹੀਂ ਗਏ। ਔਰ ਕੀ ਲਖ ਆਏ ਮੁਰ ਔਰ। ਮੇਰੇ ਦਿਲ ਦੀ ਭਾਵਨਾ ਜਾਣ ਕੇ ਮੈਂ ਗਰੀਬ ਦੇ ਨੂੰ ਨਿਵਾਜਣ ਵਾਸਤੇ ਆਪ ਜੀ ਮੇਰੇ ਘਰ ਚੱਲ ਕੇ ਆਏ ਹੋ। ਆਪਣੇ ਦਾਸ ਨੂੰ ਨਿਵਾਜਣ ਵਾਸਤੇ ਦਾਸ ਦੇ ਘਰ ਨੂੰ ਪਵਿੱਤਰ ਕੀਤਾ ਹੈ। ਦੀਨ ਬੰਧੂ ਯਾਈ ਤੇ ਕਹੈ। ਇਸੇ ਕਰਕੇ ਮਹਾਰਾਜ ਜੀ ਆਪ ਜੀ ਨੂੰ ਦੀਨਾ ਬੰਧੂ ਕਿਹਾ ਜਾਂਦਾ ਹੈ। ਆਪ ਜੀ ਦੀਨਾ ਬੰਧੂ ਹੋ। ਇਸੇ ਕਰਕੇ ਆਪ ਜੀ ਦੇ ਬੇਅੰਤ ਨਾਵਾਂ ਵਿੱਚੋਂ ਆਪ ਜੀ ਦਾ ਇੱਕ ਪਵਿੱਤਰ ਅੰਮ੍ਰਿਤ ਨਾਮ ਹੈ, ਉਹ ਹੈ ਦੀਨਾ ਬੰਧੂ। ਤੁਸੀਂ ਦੀਨਾਂ ਦੇ ਬੰਧੂ ਹੋ, ਦੀਨਾਂ ਨੂੰ ਨਿਵਾਜਣ ਵਾਲੇ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਆਪ ਜੀ ਪ੍ਰੇਮ ਦੇ ਵਸੀਕਾਰ ਹੋ ਔਰ ਪ੍ਰੇਮ ਦੇ ਵਸੀਕਾਰ ਹੋ ਕੇ ਆਪਣਿਆਂ ਸੇਵਕਾਂ ਨੂੰ ਦਇਆ ਦ੍ਰਿਸ਼ਟੀ ਕਰਕੇ ਵੇਖਦੇ ਹੋ। ਹੱਥ ਜੋੜ ਬੋ ਉਸਤਤ ਕਰਕੇ। ਭਾਈ ਸੱਧੂ ਨੇ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਉਸਤਤ ਕੀਤੀ, ਮਹਾਰਾਜ ਜੀ ਦੀ ਮਹਿਮਾ ਗਾਇਨ ਕੀਤੀ ਹੈ। ਤਰੇ ਉਤਾਰੇ ਉਰ ਮੁਦ ਭਰ ਕੇ। ਔਰ ਬੜੇ ਮੋਦ ਨਾਲ, ਬੜੇ ਚਾਉ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਘਰ ਉਤਾਰਿਆ ਹੈ। ਲੈ ਕਰ ਗਇਓ
ਸਦਨ ਕੇ ਅੰਦਰ ਆਪਣੇ ਘਰ ਦੇ ਅੰਦਰ ਲੈ ਕੇ ਗਿਆ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਆਸਣ ਜਿੱਥੇ ਲਾਏ ਹੋਏ ਸਨ, ਉੱਥੇ ਲੈ ਕੇ ਆਪਣੇ ਅੰਦਰ ਗਿਆ ਹੈ। ਨੌਤਨ ਪਲੰਗ ਦਸਾਇਓ ਸੁੰਦਰ ਮਹਾਰਾਜ ਜੀ ਦੇ ਬੈਠਣ ਵਾਸਤੇ ਇੱਕ ਬੜਾ ਸੁੰਦਰ ਨਵਾਂ ਪਲੰਘਾ ਡਾਇਆ ਹੋਇਆ ਸੀ। ਨਵਾਂ ਪਲੰਘਾ ਲਿਆ ਕੇ ਇਹਨੇ ਘਰ 'ਚ ਵਿਛਾਇਆ ਹੋਇਆ ਸੀ ਕਿ ਜਦੋਂ ਪੰਜਵੇਂ ਪਾਤਸ਼ਾਹ ਆਉਣਗੇ ਮੈਂ ਇਸ ਪਲੰਘੇ ਤੇ ਸਤਿਗੁਰਾਂ ਨੂੰ ਬਿਠਾਵਾਂਗਾ। ਉਸ ਪਲੰਘੇ ਦੇ ਉੱਤੇ ਮਹਾਰਾਜ ਜੀ ਨੂੰ ਬਿਠਾਉਣ ਵਾਸਤੇ ਨੇ ਪਲੰਘਾ ਤਿਆਰ ਕੀਤਾ ਹੋਇਆ ਹੈ। ਪਲੰਘੇ ਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ ਹੋਇਆ ਹੈ। ਚਿੱਟੇ ਰੰਗ ਦਾ ਵਿਛਾਉਣਾ ਵਿਛਾ ਕੇ ਉੱਤੇ ਉਪਾਧਾਨ ਸਰਾਣਾ ਰੱਖਿਆ ਹੋਇਆ ਹੈ। ਕਰ ਬਿਨਤੀ ਸਤਿਗੁਰੂ ਬਿਠਾਏ ਸਤਿਗੁਰਾਂ ਅੱਗੇ ਬੇਨਤੀ ਕਰਕੇ ਬੜੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਉਸ ਪਲੰਘੇ ਦੇ ਉੱਤੇ ਭਾਈ ਸੱਧੂ ਨੇ ਬਿਠਾਇਆ ਹੈ। ਜਥਾ ਸ਼ਕਤ ਕਰ ਅਪਰ ਫਰਸ਼ ਕੋ ਜਥਾ ਸ਼ਕਤ ਜਿੰਨਾ ਕਿ ਇਹਦੇ ਕੋਲ ਤਾਣ ਸੀ, ਇਹਨੇ ਬਾਕੀ ਸਿੱਖਾਂ ਦੇ ਬੈਠਣ ਵਾਸਤੇ ਮਹਾਰਾਜ ਜੀ ਦੇ ਨੇੜੇ ਵਿਛਾਈ ਕੀਤੀ। ਪਲੰਘੇ ਦੇ ਉੱਤੇ ਸਤਿਗੁਰੂ ਬੈਠੇ ਨੇ, ਥੱਲੜੇ ਪਾਸੇ ਫਰਸ਼ ਦੇ ਉੱਤੇ ਸੋਹਣੇ ਗਲੀਚੇ ਜਿਹੜੇ ਨੇ ਉਹ ਵਿਛਾਏ ਨੇ ਸਿੱਖਾਂ ਦੇ ਬੈਠਣ ਵਾਸਤੇ। ਸਿੱਖ ਬਿਠਾਏ ਧਾਰ ਹਰਸ਼ ਕੋ ਮਨ ਵਿੱਚ ਵੱਡਾ ਹਰਸ਼ ਖੁਸ਼ੀ ਧਾਰਨ ਕਰਕੇ ਉਸ ਵਿਛੋਣੇ ਦੇ ਉੱਤੇ ਥੱਲੇ ਜਿਹੜੀ ਵਿਛਾਈ ਕੀਤੀ ਆ ਉਹਦੇ ਤੇ ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਭਾਈ ਵਿਧੀ ਚੰਦ ਜੀ, ਇਹਨਾਂ ਸਿੱਖਾਂ ਨੂੰ ਉਸ ਵਿਛਾਉਣੇ ਤੇ ਬਿਠਾਇਆ ਹੈ। ਔਰ ਸਰਬ ਸੇਵਾ ਕਰਨੀ ਕੇ ਹੋਰ ਸਰਬ ਪ੍ਰਕਾਰ ਦੀ ਭਲੀ ਪ੍ਰਕਾਰ ਨਾਲ ਸੇਵਾ ਭਾਈ ਸੱਧੂ ਨੇ ਕੀਤੀ ਹੈ। ਚਰਨ ਪਕਾਰਤ ਪਾ ਸਭ ਹੀ ਕੇ ਜਲ ਲਿਆ ਕੇ ਮਹਾਰਾਜ ਜੀ ਦੇ ਪਹਿਲਾਂ ਚਰਨ ਧੋਏ ਹਨ। ਸਤਿਗੁਰਾਂ ਦੇ ਚਰਨ ਧੋਣ ਤੋਂ ਬਾਅਦ ਫਿਰ ਜਿਹੜੇ ਸਿੱਖ ਨੇ ਉਹਨਾਂ ਸਿੱਖਾਂ ਦੇ ਚਰਨ ਵੀ ਭਾਈ ਸੱਧੂ ਨੇ ਬੜੇ ਪਿਆਰ ਨਾਲ ਧੋਏ ਹਨ। ਸ਼੍ਰੀ ਸਤਿਗੁਰ ਕੇ ਚਰਨ ਪਖਾਰੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਧੋਏ ਹਨ ਭਾਈ ਸੱਧੂ ਨੇ। ਚਰਨਾਮ੍ਰਿਤ ਕੁਟੰਬ ਮੁਖ ਢਾਰੇ ਸਤਿਗੁਰਾਂ ਦੇ ਚਰਨ ਧੋ ਕੇ ਜਿਹੜਾ ਚਰਨਾਂ ਵਾਲਾ ਜਲ ਹੈ ਉਹ ਭਾਈ ਸੱਧੂ ਨੇ ਆਪ ਵੀ ਛਕਿਆ ਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਛਕਾਇਆ। ਇਹਨੂੰ ਚਰਨ ਪੌਲ ਕਹਿੰਦੇ ਹਨ, ਇਹਨੂੰ ਚਰਣਾ ਅੰਮ੍ਰਿਤ ਕਹਿੰਦੇ ਹਨ, ਕਿਉਂਕਿ ਚਰਨ ਪੌਲ ਦੀ ਮਰਿਆਦਾ ਗੁਰੂ ਘਰ ਦੇ ਵਿੱਚ ਰਹੀ ਹੈ ਦਸਵੇਂ ਪਾਤਸ਼ਾਹ ਤੱਕ। ਦਸਮੇਸ਼ ਪਾਤਸ਼ਾਹ ਨੇ ਖੰਡੇ ਦੀ ਪੌਲ ਦੀ ਮਰਿਆਦਾ ਚਲਾਈ। ਤੋ ਮਹਾਰਾਜ ਜੀ ਦੇ ਚਰਨ ਧੋ ਕੇ ਉਹ ਚਰਨ ਪੌਲ ਭਾਈ ਸੱਧੂ ਨੇ ਛਕੀ ਹੈ। ਆਪਣੇ ਨਾਲ ਆਪਣੇ ਸਾਰੇ ਪਰਿਵਾਰ ਕੁਟੰਬ ਨੂੰ ਉਹ ਚਰਨ ਪੌਲ ਛਕਾਈ ਹੈ। ਸਰਬ ਸਦਨ ਮੈਂ ਛਿਰਕਨ ਕੀ ਨਸ ਉਹ ਜਿਹੜੀ ਚਰਨ ਪੌਲ ਵਾਲਾ ਜਲ ਹੈ ਉਹ ਜਲ ਭਾਈ ਸੱਧੂ ਨੇ ਨਾਲੇ ਤਾਂ ਛਕਿਆ ਨਾਲੇ ਆਪਣੇ ਸਾਰੇ ਘਰ ਵਿੱਚ ਉਹ ਜਲ ਦਾ ਛਿੜਕਾਵ ਕੀਤਾ ਕਿ ਮੇਰਾ ਘਰ ਪਵਿੱਤਰ ਹੋ ਜਾਏ, ਸਤਿਗੁਰਾਂ ਦੀ ਚਰਨ ਪੌਲ ਨਾਲ ਜ਼ਰਰਾ ਜ਼ਰਰਾ ਪਾਵਨ ਹੋ ਜਾਏ। ਇਹਨੇ ਆਪਣੇ ਸਾਰੇ ਘਰ ਦੇ ਵਿੱਚ ਛਿੜਕਾਓ ਕੀਤਾ ਹੈ। ਭਇਓ ਨਿਹਾਲ ਅਧਿਕ ਫਲ ਲੀਨਸ ਨਿਹਾਲ ਹੋ ਗਏ ਭਾਈ ਸੱਧੂ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਚਰਨ ਪੌਲ ਛਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਪੂਰਨ ਆਨੰਦ ਦੀ ਖੇਡ ਵਰਤ ਗਈ। ਸਭ ਬਿਦ ਕੀ ਸੁਚਤਾ ਤਬ ਕਰੀ ਸਰਵ ਪ੍ਰਕਾਰ ਦੀ ਜਿਹੜੀ ਸੁਚਮਤਾ ਹੈ ਉਹ ਭਾਈ ਸੱਧੂ ਨੇ ਕੀਤੀ ਹੈ। ਲੇਪਨ ਆਦਰ ਸੋਈ ਧਰੀ ਜਿੱਥੇ ਮਹਾਰਾਜ ਜੀ ਲਈ ਲੰਗਰ ਤਿਆਰ ਹੋਣਾ ਹੈ ਉਸ ਰਸੋਈ ਦੇ ਵਿੱਚ ਪਹਿਲਾਂ ਲੇਪ ਕੀਤਾ ਹੈ। ਉਹਨੂੰ ਸਾਫ਼ ਕਰਨ ਲਈ ਕੱਚੀਆਂ ਰਸੋਈਆਂ ਹੁੰਦੀਆਂ ਸਨ, ਅੱਜ ਕੱਲ ਤਾਂ ਚਲੋ ਪੱਕੀਆਂ ਰਸੋਈਆਂ ਕੋਈ ਆਪਾਂ ਪੋਚਾ ਫੇਰ ਲੈਨੇ ਆ। ਪਹਿਲਾਂ ਕੱਚੀਆਂ ਰਸੋਈਆਂ ਜਾਂ ਕੱਚੇ ਚੌਂਕਿਆਂ ਦੇ ਵਿੱਚ ਲੇਪ ਦੇ ਦਿੰਦੇ ਸਨ। ਤੋ ਮਿੱਟੀ ਦਾ ਜਿਹੜਾ ਸੀ ਉਹ ਲੇਪ ਦਿੱਤਾ ਪਹਿਲਾਂ ਸਾਰੀ ਰਸੋਈ ਵਿੱਚ ਕਿ ਪਵਿੱਤਰ ਹੋ ਜਾਏ, ਕਿਉਂਕਿ ਸਤਿਗੁਰਾਂ ਲਈ ਲੰਗਰ ਤਿਆਰ ਕਰਨਾ। ਇਹ ਭਾਵਨਾ ਹੈ ਸਿੱਖਾਂ ਦੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਜਿਤਨੀ ਪਵਿੱਤਰਤਾ ਤੇ ਸੁਚਮਤਾ ਸਹਿਤ ਭੋਜਨ ਤਿਆਰ ਕੀਤਾ ਜਾ ਸਕੇ ਕਰਨਾ ਚਾਹੀਦਾ। ਜਿਹਨੂੰ ਸਤਿਗੁਰਾਂ ਨੂੰ ਭੋਗ ਲਵਾਉਣਾ ਉਹ ਕੜਾ ਪ੍ਰਸ਼ਾਦ ਦੀ ਭਾਵੇਂ ਦੇਗ ਤਿਆਰ ਕਰਨੀ ਹੈ, ਚਾਹੇ ਪ੍ਰਸ਼ਾਦਾ ਤਿਆਰ ਕਰਨਾ ਹੈ,
ਉਹਦੇ ਵਾਸਤੇ ਜਿਤਨੀ ਪਵਿੱਤਰਤਾ ਰੱਖ ਸਕਦੇ ਹੋ ਰੱਖਿਆ ਕਰੋ, ਜਿਤਨੀ ਸੁਚਮਤਾ ਰੱਖ ਸਕਦੇ ਹੋ ਰੱਖਿਆ ਕਰੋ। ਗੁਰਦੇਵ ਨੂੰ ਭੋਗ ਲੱਗਣਾ ਹੈ। ਤੋ ਉਸ ਵਕਤ ਭਾਈ ਸੱਧੂ ਨੇ ਪਹਿਲਾਂ ਚੌਂਕੇ ਦੇ ਵਿੱਚ ਲੇਪ ਕਰਕੇ ਸਾਰਾ ਚੌਂਕਾ ਲਿਪਿਆ ਹੈ। ਭੋਜਨ ਕਰਨ ਹਾਰ ਇਸ਼ਨਾਨੇ। ਫਿਰ ਇਸ਼ਨਾਨ ਪਾਨ ਕੀਤਾ, ਆਪ ਵੀ ਘਰਵਾਲੀ ਨੇ ਵੀ ਇਸ਼ਨਾਨ ਕੀਤਾ। ਸਾਫ ਵਸਤਰ ਧਾਰਨ ਕੀਤੇ ਕਿ ਤੂੰ ਸਤਿਗੁਰਾਂ ਲਈ ਭੋਜਨ ਤਿਆਰ ਕਰਨਾ ਹੈ। ਸਾਫ ਸਵੱਛ ਵਸਤਰ ਜਿਹੜੇ ਨੇ ਉਹ ਆਪਣੇ ਸਰੀਰ ਤੇ ਇਹਨਾਂ ਨੇ ਧਾਰਨ ਕੀਤੇ ਇਸ਼ਨਾਨ ਕਰਕੇ। ਸੁਚ ਸੋ ਨੀਰ ਨਿਉ ਪਰ ਆਨੇ। ਘੜਿਆਂ ਵਿੱਚ ਜਿਹੜਾ ਪਾਣੀ ਪਹਿਲਾਂ ਸੀ ਉਹ ਡੋਲਿਆ, ਕਿਉਂਕਿ ਉਸ ਪਾਣੀ ਨੂੰ ਕੋਈ ਹੋ ਸਕਦਾ ਬੱਚੇ ਨੇ ਹੱਥ ਲਾਇਆ ਹੋਵੇ, ਕੋਈ ਝੂਠਾ ਹੱਥ ਲੱਗ ਗਿਆ ਹੋਵੇ। ਉਹ ਡੋਲ ਕੇ ਘੜਿਆਂ ਨੂੰ ਧੋ ਕੇ ਉਹਦੇ ਵਿੱਚ ਸੁੱਚਾ ਪਾਣੀ ਜਿਹੜਾ ਹੈ ਸਵੱਛ ਪਾਣੀ ਦੁਬਾਰਾ ਭਰ ਕੇ ਲਿਆਂਦਾ ਹੈ। ਬਾਸਨ ਸਕਲ ਮਾਂਜ ਕਰ ਬ੍ਰਿੰਦ। ਫਿਰ ਜਿਨ੍ਹਾਂ ਭਾਂਡਿਆਂ 'ਚ ਲੰਗਰ ਤਿਆਰ ਹੋਣਾ ਉਹ ਸਾਰੇ ਭਾਂਡੇ ਚੰਗੀ ਤਰ੍ਹਾਂ ਦੁਬਾਰਾ ਮਾਂਜੇ ਨੇ। ਮਾਂਜ ਕੇ ਉਹਨਾਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਧੋਇਆ ਹੈ। ਪਾਵਨਤਾ ਕਰ ਤਬੇ ਬਿਲੰਦ। ਇਦਾਂ ਸਰਬ ਪ੍ਰਕਾਰ ਨਾਲ ਪਵਿੱਤਰਤਾ ਕਰਕੇ ਘਰ ਦੇ ਵਿੱਚ ਪੂਰਨ ਤੌਰ ਤੇ ਪਾਵਨਤਾ ਕਰਕੇ ਸੁੰਦਰ ਅੰਨ ਚੂਨ ਗੋਤੂਮ। ਬੜਾ ਸੋਹਣਾ ਆਟਾ ਜਿਹੜਾ ਕਣਕ ਵੀ ਆਪਣੇ ਹੱਥੀਂ ਪੀਸੀ ਹੈ। ਚੱਕੀ ਦੇ ਵਿੱਚ ਕਣਕ ਜਿਹੜੀ ਪਾ ਕੇ ਆਪਣੇ ਹੱਥਾਂ ਦੇ ਨਾਲ ਕਣਕ ਨੂੰ ਪੀਸਿਆ ਸੋਹਣਾ ਆਟਾ ਤਿਆਰ ਕੀਤਾ ਹੈ। ਸੂਖਮ ਚਾਵਰ ਧਰ ਸੁਧ ਭੂਮ। ਫਿਰ ਵਧੀਆ ਚੌਲ ਜਿਹੜੇ ਬਰੀਕ ਚਾਵਲ ਹੁੰਦੇ ਨੇ ਉਹ ਚੌਲ ਲਿਆਂਦੇ ਹਨ। ਪਹਿਤ ਬਣਾਈ ਦਾਲ ਮਸਾਲੇ। ਉਹਦੇ ਵਿੱਚ ਮਸਾਲੇ ਪਾ ਕੇ ਦਾਲ ਤਿਆਰ ਕੀਤੀ ਹੈ। ਪਾਇਸ ਪਾਕ ਕੀਨ ਬਿਦ ਨਾਲੇ। ਫਿਰ ਵਧੀਆ ਖੀਰ ਤਿਆਰ ਕੀਤੀ ਹੈ। ਖੀਰ ਦੇ ਵਿੱਚ ਵੀ ਬੜੇ ਸੁੰਦਰ ਮੇਵੇ ਆਦਿਕ ਪਾ ਕੇ ਖੀਰ ਨੂੰ ਰਿੰਨਿਆ ਹੈ। ਤ੍ਰਿਤ ਸੋ ਮੇਲ ਬਣਾਇਓ ਨੀਕੋ। ਖੀਰ ਵਿੱਚ ਵੀ ਘਿਓ ਪਾ ਕੇ ਬੜੇ ਸੋਹਣੇ ਢੰਗ ਦੇ ਨਾਲ ਖੀਰ ਤਿਆਰ ਕਰਕੇ ਬਣਾਈ ਹੈ। ਪਰ ਤਿਆਰੀ ਭੋਜਨ ਸਭ ਹੀ ਕੋ। ਇਦਾਂ ਭੋਜਨ ਦੀ ਸਾਰੀ ਤਿਆਰੀ ਭਾਈ ਸੱਧੂ ਨੇ ਕੀਤੀ ਹੈ। ਬਹੁ ਦੀਪਕ ਸਗਰੇ ਘਰ ਕਰੇ। ਖੁਸ਼ੀ ਦੇ ਨਾਲ ਰਾਤ ਦੇ ਸਮੇਂ ਭਾਈ ਸੱਧੂ ਨੇ ਆਪਣੇ ਘਰ ਵਿੱਚ ਘਿਓ ਦੇ ਦੀਵੇ ਬਾਲੇ ਹਨ। ਖੁਸ਼ੀ ਜ਼ਾਹਰ ਕਰਨ ਵਾਸਤੇ ਅੱਜ ਮੇਰੇ ਸਤਿਗੁਰੂ ਜੀ ਸਾਡੇ ਘਰ ਆਏ ਨੇ। ਘਰ ਵਿੱਚ ਦੀਪਮਾਲਾ ਕੀਤੀ, ਘਿਓ ਦੇ ਦੀਵੇ ਬਾਲ ਕੇ ਦਰਵਾਜ਼ੇ ਤੇ ਦੀਵਾਰਾਂ ਤੇ ਰੱਖੇ ਹਨ। ਚੌਂਕੀ ਨਹੀਂ ਡਸਾਈ ਤਰੇ। ਮਹਾਰਾਜ ਜੀ ਦੇ ਬੈਠਣ ਵਾਸਤੇ ਵਧੀਆ ਚੌਂਕੀ ਜਿਹਦੇ ਤੇ ਬਹਿ ਕੇ ਸਤਿਗੁਰਾਂ ਨੇ ਭੋਜਨ ਛਕਣਾ ਹੈ, ਉਹ ਚੌਂਕੀ ਥੱਲੇ ਭਾਈ ਸੱਧੂ ਨੇ ਡਾਈ ਹੈ। ਹਾਥ ਜੋਰ ਆਗੇ ਹੋਏ ਖਰੋ। ਜਦੋਂ ਲੰਗਰ ਤਿਆਰ ਹੋ ਗਿਆ ਭਾਈ ਸੱਧੂ ਮਹਾਰਾਜ ਜੀ ਦੇ ਅੱਗੇ ਆਇਆ। ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਭਾਈ ਸੱਧੂ ਜੀ ਖਲੋਤੇ ਹਨ। ਕਹਿਓ ਗੁਰੂ ਜੀ ਭੋਜਨ ਕਰੋ। ਬੇਨਤੀ ਕੀਤੀ ਗਰੀਬ ਨਵਾਜ ਸੱਚੇ ਪਾਤਸ਼ਾਹ, ਆਪ ਜੀ ਦੀਆਂ ਦਿੱਤੀਆਂ ਰਸਤਾਂ ਬਸਤਾਂ ਵਿੱਚੋਂ ਭੋਜਨ ਤਿਆਰ ਹੈ, ਲੰਗਰ ਤਿਆਰ ਹੈ। ਮਹਾਰਾਜ ਆਪ ਜੀ ਕਿਰਪਾ ਕਰਕੇ ਭੋਗ ਲਾਓ, ਲੰਗਰ ਪ੍ਰਵਾਨ ਕਰੋ, ਛਕੋ। ਮਹਾਰਾਜ ਸੱਚੇ ਪਾਤਸ਼ਾਹ ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ବ୍ୟੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਭੋਗ ਲਾਓ, ਪ੍ਰਸ਼ਾਦਾ ਛਕੋ। ਸੁਨਤ ਉਠੇ ਲਖ ਪ੍ਰੇਮ ਕਨੇਰਾ। ਭਾਈ ਸੱਧੂ ਦੇ ਮਨ ਦਾ ਪ੍ਰੇਮ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ। ਚੌਂਕੀ ਪਰ ਬੈਠੇ ਤਿਸ ਬੇਰਾ। ਉਸ ਚੌਂਕੀ ਤੇ ਆ ਕੇ ਬੈਠੇ ਹਨ ਜਿਹੜੀ ਭਾਈ ਸੱਧੂ ਨੇ ਮਹਾਰਾਜ ਜੀ ਦੇ ਬੈਠਣ ਲਈ ਵਿਛਾਈ ਹੈ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ। ਮਹਾਰਾਜ ਜੀ ਦੇ ਅੱਗੇ ਕਈ ਥਾਲ ਪਰੋਸ ਕੇ ਰੱਖੇ ਭਾਈ ਸਾਹਿਬ ਭਾਈ ਸੱਧੂ ਨੇ। ਭਖਿਆ ਭੋਜ ਲੇਹਜ ਅਰ ਚੋਸਾ। ਖਾਲਸਾ ਜੀ 4 ਪ੍ਰਕਾਰ ਦੇ ਭੋਜਨ ਹੁੰਦੇ ਨੇ। ਭਖਿਆ, ਲੇਹਜ ਤੇ ਭੋਜ ਤੇ ਚੋਸਾ।
ਭੱਖਿਆ ਹੁੰਦੇ ਨੇ ਖਾਣ ਵਾਲੀ ਚੀਜ਼, ਤੇ ਜਿਨ੍ਹਾਂ ਨੂੰ ਆਪਾਂ ਭੁੱਜੇ ਹੋਏ ਜਿਵੇਂ ਦਾਣੇ ਹੁੰਦੇ ਨੇ, ਭੁੰਨੀਆਂ ਚੀਜ਼ਾਂ, ਭੋਜ ਜਿਵੇਂ ਆ ਪ੍ਰਸ਼ਾਦਾ ਆਦਿਕ ਤਿਆਰ ਹੁੰਦਾ ਹੈ। ਲੇਹਜ ਹੁੰਦੇ ਨੇ ਵੀ ਜਿਹੜੇ ਆ ਜਿਵੇਂ ਜੂਸ ਆਦਿਕ ਪੇ ਪਦਾਰਥ ਹੁੰਦੇ ਨੇ, ਉਹਨਾਂ ਨੂੰ ਲੇਹਜ ਕਹਿ ਦਿੰਦੇ ਆ। ਚੋਸਾ ਚੂਸ ਕੇ ਖਾਣ ਵਾਲੀਆਂ ਚੀਜ਼ਾਂ ਜਿਵੇਂ ਚੂਸਣ ਵਾਲੇ ਅੰਬ ਹੁੰਦੇ ਨੇ, ਗੰਨਾ ਹੁੰਦਾ ਹੈ, ਇਦਾਂ ਇਹ 4 ਪ੍ਰਕਾਰ ਦੇ ਭੋਜਨ ਹੁੰਦੇ ਆ। ਭਾਈ ਸੱਧੂ ਨੇ ਚਾਰੋਂ ਹੀ ਪ੍ਰਕਾਰ ਦੇ ਬਣਾਏ ਸਨ ਪਕਵਾਨ, ਔਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹਨੇ ਪਰੋਸੇ ਹਨ। ਤੁਰਸ਼ ਮధుਰ ਅਰ ਤਿਕਤ ਸਲੋਨ। ਫਿਰ 6 ਰਸਾਂ ਦੇ ਸਹਿਤ ਸਨ। ਤੁਰਸ ਖੱਟੇ, ਮਧੁਰ ਮਿੱਠੇ, ਤਿਕਤ ਕਹਿੰਦੇ ਨੇ ਕਰਾਰੇ ਜਿਹੜੇ ਤਿੱਖੇ ਹੁੰਦੇ ਨੇ, ਫਿਰ ਸਲੂਣੇ, ਇਹ ਪਕਵਾਨ ਮਹਾਰਾਜ ਜੀ ਅੱਗੇ ਪਰੋਸੇ ਹਨ। ਆਗੇ ਤਰਿਓ ਗੁਰ ਕੇ ਤੌਣ। ਖੱਟੇ ਮਿੱਠੇ ਸਲੂਣੇ ਤੇ ਜਿਹੜੇ ਚਰਪਰੇ ਆਦਿਕ ਪਦਾਰਥ ਸਨ, ਇਹ ਮਹਾਰਾਜ ਜੀ ਦੇ ਅੱਗੇ ਪਰੋਸੇ ਹਨ। ਹੱਥ ਜੋੜ ਸਨਮੁਖ ਰਹਿ ਖਰੋ। ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਭਾਈ ਸੱਧੂ ਜੀ ਖਲੋਤੇ ਰਹੇ। ਚਾਹਤ ਹੁਕਮ ਸੋ ਸੇਵਾ ਕਰੋ। ਮਹਾਰਾਜ ਜੀ ਭੋਜਨ ਛਕਣ ਲੱਗੇ ਨੇ, ਭਾਈ ਸੱਧੂ ਜੀ ਸਾਹਮਣੇ ਹੱਥ ਜੋੜ ਕੇ ਖੜੇ ਨੇ ਕਿ ਸਤਿਗੁਰੂ ਜੀ ਜੋ ਸੇਵਾ ਹੁਕਮ ਕਰਨ, ਉਹੀ ਸੇਵਾ ਮੈਂ ਤਤਪਰ ਝਟ ਕਰਾਂ। ਗੁਰਦੇਵ ਦਾ ਹੁਕਮ ਸੁਣਨ ਵਾਸਤੇ ਹੱਥ ਜੋੜ ਕੇ ਤਤਪਰ ਹੋ ਕੇ ਖਲੋਤੇ ਨੇ। ਸਿੱਖਨ ਸਹਿਤ ਸੋ ਕਰਿਓ ਆਹਾਰੇ। ਸਿੱਖਾਂ ਦੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ ਹੈ। ਤ੍ਰਿਪਤ ਪਾਏ ਸਭ ਹਾਥ ਪਖਾਰੇ। ਭੋਜਨ ਛਕ ਕੇ ਤ੍ਰਿਪਤ ਹੋਣ ਤੋਂ ਬਾਅਦ ਸਾਰਿਆਂ ਨੇ ਹੱਥ ਧੋਏ ਹਨ। ਸੱਧੂ ਮਾਨ ਰਾਖ ਬੇਕਾਰਨ। ਭਾਈ ਸੱਧੂ ਦਾ ਮਾਣ ਰੱਖਣ ਵਾਸਤੇ, ਭਾਈ ਸੱਧੂ ਦਾ ਸਤਿਕਾਰ ਰੱਖਣ ਵਾਸਤੇ ਸਵਾਦ ਸਰਾਹਤ ਭਲੇ ਆਹਾਰਨ। ਮਹਾਰਾਜ ਜੀ ਬੋਲੇ, ਸੱਧੂ ਪ੍ਰਸ਼ਾਦਾ ਬੜਾ ਸਵਾਦੀ ਬਣਾਇਆ ਸੀ। ਹਾਲਾਂਕਿ ਗੁਰਦੇਵ ਸਵਾਦਾਂ ਤੋਂ ਪਰੇ ਨੇ, ਪਰ ਭਾਈ ਸੱਧੂ ਦਾ ਮਾਣ ਜੋ ਰੱਖਣਾ ਸੀ, ਜਿਹਨੇ ਇੰਨੇ ਭਾਵਨਾ ਨਾਲ ਭੋਜਨ ਤਿਆਰ ਕੀਤਾ ਸੀ। ਮਹਾਰਾਜ ਕਹਿੰਦੇ, ਭਾਈ ਸੱਧੂ ਭੋਜਨ ਬੜਾ ਸਵਾਦੀ ਬਣਾਇਆ ਤੈਂ, ਤੇਰਾ ਪਿਆਰ ਇਸ ਭੋਜਨ ਦੇ ਵਿੱਚ ਛਲਕ ਛਲਕ ਪੈਂਦਾ ਸੀ। ਹਾਥ ਜੋੜ ਕੇ ਮੈਂ ਕਿਸ ਲਾਇਕ। ਭਾਈ ਸੱਧੂ ਨੇ ਅੱਗੋਂ ਹੱਥ ਜੋੜੇ, ਆਖਿਆ ਸੱਚੇ ਪਾਤਸ਼ਾਹ ਮੈਂ ਇਸ ਲਾਇਕ ਨਹੀਂ ਜੋ ਮਾਣ ਤੁਸੀਂ ਦੇ ਰਹੇ ਹੋ। ਦੀਨ ਦਿਆਲ ਤੁਮ ਸਹਿਜ ਸੁਭਾਇਤ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ, ਸਹਿਜ ਸੁਭਾਏ ਤੁਹਾਡਾ ਇਹ ਸੁਭਾਅ ਹੈ। ਜਿਮ ਦਰ ਜੋਤਨ ਆਦਿਤ ਤਿਆਗੇ। ਮਹਾਰਾਜ ਇਹ ਤਾਂ ਤੁਹਾਡੀ ਪੁਰਾਣੀ ਬਾਣ ਹੈ। ਜਿਵੇਂ ਦੁਰਯੋਧਨ ਦੇ ਘਰ ਦੇ ਪੱਕੇ ਪਕਵਾਨ ਛੱਡ ਕੇ ਸਦਨ ਬਿਦਰ ਕੇ ਬਸ ਅਨੁਰਾਗੇ। ਭਗਤ ਬਿਦਰ ਦੇ ਘਰ ਜਾ ਕੇ ਉਹਦੇ ਘਰ ਅਲੂਣਾ ਸਾਗ ਖਾ ਕੇ ਆਖਿਆ ਸਾਨੂੰ ਬੜਾ ਹੀ ਸਵਾਦ ਆਇਆ ਹੈ। ਭਗਤ ਬਿਦਰ ਦੇ ਘਰ ਅਲੂਣਾ ਸਾਗ ਖਾ ਕੇ ਤੁਸੀਂ ਆਖਿਆ ਬੜਾ ਆਨੰਦ ਆਇਆ ਹੈ। ਦੁਰਯੋਧਨ ਦੇ ਘਰ ਦੇ ਪਕਵਾਨ ਛੱਡ ਕੇ ਬਿਦਰ ਦੀਆਂ ਸੁੱਕੀਆਂ ਰੋਟੀਆਂ ਵਿੱਚੋਂ ਤੁਹਾਨੂੰ ਜ਼ਿਆਦਾ ਸਵਾਦ ਆਇਆ। ਮਹਾਰਾਜ ਭਗਤ ਕਬੀਰ ਜੀ ਦਾ ਬਚਨ ਹੈ ਨਾ ਇਸੇ ਸੰਬੰਧ ਵਿੱਚ, ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਪਾਵੈ। ਤੁਮਰੋ ਦੂਧ ਬਿਦਰ ਕੋ ਪਾਨੀ, ਅੰਮ੍ਰਿਤ ਕਰ ਮੈਂ ਮਾਨਿਆ। ਮਹਾਰਾਜ ਜੀ ਕਹਿੰਦੇ ਤੇਰਾ ਦੁੱਧ ਹੈ ਦੁਰਯੋਧਨ ਤੇ ਬਿਦਰ ਦੇ ਘਰ ਦਾ ਪਾਣੀ ਇੱਕ ਬਰਾਬਰ ਹੈ, ਉਹ ਅੰਮ੍ਰਿਤ ਦੇ ਬਰਾਬਰ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਤੇਰੇ ਘਰ ਦੀ ਖੀਰ ਵਰਗਾ ਮੈਨੂੰ ਤਾਂ ਉਹਦੇ ਘਰ ਦਾ ਲੂਣਾ ਸਾਗ ਲੱਗਾ ਹੈ। ਫਿਰ ਤੇਰੇ ਕੋਲ ਬਹਿੰਦਾ ਤੇ ਰਾਤ ਨਿੰਦਾ ਕਰਦਿਆਂ ਬਤੀਤ ਕਰਦੇ, ਉਹਦੇ ਕੋਲ ਬੈਠਿਆ ਰੱਬ ਦੇ ਗੁਣ ਗਾਉਂਦਿਆਂ ਰਾਤ ਬੀਤੀ ਹੈ। ਭਾਈ ਸੱਧੂ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੁਰਯੋਧਨ ਦੇ ਘਰ ਦੇ ਪਕਵਾਨ ਛੱਡ ਕੇ ਤੁਸੀਂ ਆਪਣੇ ਸੇਵਕ ਭਾਈ ਬਿਦਰ ਦੇ, ਭਗਤ ਬਿਦਰ ਦੇ ਘਰ ਦਾ ਭੋਜਨ ਪ੍ਰਵਾਨ ਕੀਤਾ ਹੈ। ਇਹ ਤੁਹਾਡਾ ਆਦ ਜੁਗਾਦੀ ਮੁੱਢ ਕਦੀਮੀ ਸੁਭਾਅ ਹੈ। ਸੋ ਬਿਦ ਆਜ ਭਈ ਮਮ ਸਾਥ।
ਅੱਜ ਮੇਰੇ ਨਾਲ ਵੀ ਉਹੀ ਕੁਝ ਹੋਇਆ ਹੈ, ਅੱਜ ਮੇਰੇ ਨਾਲ ਵੀ ਉਹੀ ਕੁਝ ਬੀਤਿਆ ਹੈ। ਸਭ ਕੋ ਤਜ ਮਮ ਘਰ ਬਸ ਨਾਥ। ਸਾਰਿਆਂ ਦਾ ਘਰ ਛੱਡ ਕੇ ਹੇ ਜਗਤਨਾਥ ਤੁਸੀਂ ਅੱਜ ਮੇਰੇ ਘਰ ਆ ਕੇ ਵਸੇ ਹੋ, ਮੇਰੇ ਘਰ ਆ ਕੇ ਆਪ ਜੀ ਨੇ ਨਿਵਾਸ ਕੀਤਾ ਹੈ। ਰਚਰ ਚਰਿਤਰ ਬਚਿਤਰ ਪਵਿੱਤਰ। ਆਪ ਜੀ ਦੇ ਚਰਿੱਤਰ ਰੁਚਿਰ ਹਨ, ਵਚਿੱਤਰ ਹਨ, ਪਵਿੱਤਰ ਹਨ। ਕੋ ਕਹਿ ਸਕੇ ਆਪ ਕੇ ਚਰਿਤਰ। ਆਪ ਜੀ ਦੇ ਮਹਾਨ ਚਰਿੱਤਰ ਕੌਣ ਕਹਿ ਸਕਦਾ ਹੈ, ਕੌਣ ਵਰਣਨ ਕਰ ਸਕਦਾ ਹੈ। ਗੁਰ ਪ੍ਰਯੰਕ ਪਰ ਪਹੁੰਚੈ ਜਬੇ। ਏਦਾਂ ਸਤਿਗੁਰੂ ਜੀ ਦੀ ਭਾਰੀ ਉਪਮਾ ਭਾਈ ਸੱਧੂ ਨੇ ਕੀਤੀ। ਜਦੋਂ ਸਤਿਗੁਰੂ ਜੀ ਆਰਾਮ ਕਰਨ ਵਾਸਤੇ ਆਪਣੇ ਪਲੰਘੇ ਤੇ ਆਏ ਹਨ, ਭੋਜਨ ਅਚਿਓ ਤ੍ਰਿਆ ਜੁਤ ਤਬੇ। ਜਿਹੜਾ ਵਧਿਆ ਹੋਇਆ ਭੋਜਨ ਸੀ ਗੁਰੂ ਸਾਹਿਬ ਨੂੰ ਛਕਾਉਣ ਤੋਂ ਬਾਅਦ ਉਹ ਫਿਰ ਭਾਈ ਸੱਧੂ ਨੇ ਆਪਣੀ ਘਰਵਾਲੀ ਪਰਿਵਾਰ ਸਮੇਤ ਛਕਿਆ। ਪੁਨ ਦੰਪਤ ਬਿਜਨਾ ਲੈ ਗਏ। ਗਰਮੀਆਂ ਦੇ ਦਿਨ ਸਨ, ਜਦੋਂ ਮਹਾਰਾਜ ਜੀ ਪਲੰਘੇ ਤੇ ਚਲੇ ਗਏ ਤੇ ਫਿਰ ਦੋਨਾਂ ਨੇ ਪੱਖਾ ਲੈ ਲਿਆ ਹੱਥਾਂ ਵਿੱਚ ਤੇ ਪੱਖਾ ਲੈ ਕੇ ਮਹਾਰਾਜ ਜੀ ਨੂੰ ਪੱਖਾ ਝੱਲਣ ਵਾਸਤੇ ਪਹੁੰਚੇ। ਪੌਣ ਪ੍ਰੀਤ ਸੋ ਹਾਕਤ ਪਏ। ਬੜੇ ਪਿਆਰ ਨਾਲ ਦੋਵੇਂ ਜੀ ਮਹਾਰਾਜ ਜੀ ਨੂੰ ਪੱਖਾ ਝੱਲਦੇ ਹਨ। ਲਾਗੇ ਸਿੱਖ ਲੇਟੇ ਸਨ, ਉਹਨਾਂ ਨੂੰ ਵੀ ਪੱਖਾ ਝੱਲਦੇ ਨੇ। ਬੜੇ ਪਿਆਰ ਨਾਲ ਪੱਖਾ ਝੱਲਣ ਦੀ ਸੇਵਾ ਕਰਦੇ ਹਨ। ਸੁੰਦਰ ਮ੍ਰਿਦਲ ਚਰਨ ਕੋ ਗੈ ਕੈ। ਮਹਾਰਾਜ ਜੀ ਦੇ ਸੋਹਣੇ ਪਿਆਰੇ ਕੋਮਲ ਜੇ ਚਰਨਾਂ ਨੂੰ ਪਕੜ ਕੇ ਭਾਈ ਸੱਧੂ ਜੀ ਚਾਂਪਤ ਚੌਂਪ ਚਾਰੂ ਕੋ ਚੈ ਕੈ। ਬੜੇ ਚਾਉ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟ ਕੇ ਤੇ ਮੁੱਠੀ ਚਾਪੀ ਕਰਦੇ। ਭਾਈ ਸੱਧੂ ਦੀ ਘਰਵਾਲੀ ਪੱਖਾ ਝੱਲਦੀ ਹੈ ਔਰ ਭਾਈ ਸੱਧੂ ਜੀ ਮਹਾਰਾਜ ਜੀ ਦੇ ਚਰਨ ਪਕੜ ਕੇ ਚਰਨ ਘੁੱਟਦੇ ਹਨ, ਚਰਨਾਂ ਦੀ ਮੁੱਠੀ ਚਾਪੀ ਕਰਦੇ ਹਨ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ। ਹੁਣ ਲਾਹੌਰ ਸ਼ਹਿਰ ਵਿੱਚ ਜਿਹੜੇ ਜਿਹੜੇ ਸਿੱਖ ਨੂੰ ਵੀ ਖਬਰ ਹੋਈ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਲਾਹੌਰ ਵਿੱਚ ਆਏ ਭਾਈ ਸੱਧੂ ਦੇ ਘਰ ਹਨ, ਦਰਸ਼ਨ ਕੋ ਆਏ ਸਭ ਕੋਈ। ਉਹ ਸਾਰੇ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਹਨ। ਧਰ ਧਰ ਪੇਟ ਬੰਦਨਾ ਠਾਨੇ। ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭਿਟਾਵਾਂ ਭੇਟ ਕਰਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ, ਮੱਥਾ ਟੇਕਦੇ ਹਨ। ਮਨੋ ਕਾਮਨਾ ਬਿਨੈ ਬਖਾਨੇ। ਔਰ ਆਪਣੇ ਮਨ ਦੀਆਂ ਕਾਮਨਾਵਾਂ ਬੇਨਤੀ ਰੂਪ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਦੇ ਹਨ। ਇਸੀ ਪ੍ਰਕਾਰ ਨਿਸਾ ਬੁੱਢ ਗਈ। ਇਸੇ ਤਰ੍ਹਾਂ ਖਾਲਸਾ ਜੀ ਰਾਤ ਕਾਫੀ ਬੀਤ ਗਈ। ਸੁਖ ਸੇਜਾ ਪਰ ਨਿੰਦਰਾ ਲਈ। ਮਹਾਰਾਜ ਜੀ ਆਪਣੀ ਸੇਜਾ ਤੇ ਸੁਖ ਨਾਲ ਬਿਰਾਜਮਾਨ ਹੋਏ ਤੇ ਨਿੰਦਰਾ ਵਸ ਹੋਏ। ਨਿਕਟ ਸਿੱਖ ਸਭ ਹੀ ਪਰ ਸੋਏ। ਜਿੰਨੇ ਮਹਾਰਾਜ ਜੀ ਦੇ ਸਿੱਖ ਸਨ ਲਾਗੀ ਸਤਿਗੁਰਾਂ ਦੇ ਆਰਾਮ ਕਰਕੇ ਸੌਣ ਲੱਗੇ ਹਨ। ਵਿਧੀ ਚੰਦ ਆਦਿਕ ਹੈ ਜੋਏ। ਭਾਈ ਵਿਧੀ ਚੰਦ ਜੀ ਆਦਿਕ ਜਿਹੜੇ ਸਿੱਖ ਨੇ ਮਹਾਰਾਜ ਜੀ ਦੇ ਨਾਲ ਆਏ ਹੋਏ ਅੰਮ੍ਰਿਤਸਰ ਸਾਹਿਬ ਤੋਂ, ਉਹ ਰਾਤ ਨੂੰ ਮਹਾਰਾਜ ਜੀ ਦੇ ਕੋਲ ਹੀ ਸੁੱਤੇ ਹਨ। ਜਾਮ ਜਾਮਨੀ ਜਾਗਰਨ ਕੀਨ। ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉੱਠੇ ਹਨ ਸੋਚਾ ਚਾਰ ਸਗਲ ਕਰ ਲੀਨ। ਔਰ ਸੋਚਾਚਾਰ ਕੀਤਾ, ਇਸ਼ਨਾਨ ਪਾਨ ਕੀਤਾ ਹੈ। ਤਨ ਇਸ਼ਨਾਨ ਜਲ ਨਿਰਮਲ ਸਾਥ। ਔਰ ਤਨ ਦਾ ਇਸ਼ਨਾਨ ਕੀਤਾ ਨਿਰਮਲ ਜਲ ਦੇ ਨਾਲ। ਇਕ ਚਿਤ ਬੈਠ ਰਹੇ ਗੁਰਨਾਥ। ਔਰ ਸਤਿਗੁਰੂ ਜੀ ਇੱਕ ਚਿਤ ਇੱਕ ਮਨ ਹੋ ਕੇ ਆਪਣੇ ਆਸਣ ਤੇ ਚੌਂਕੜਾ ਮਾਰ ਕੇ ਪਦਮ ਆਸਣ ਤੇ ਆਪਣੇ ਨਿਜ ਸਰੂਪ ਦੇ ਆਨੰਦ ਵਿੱਚ ਵਲੀਨ ਹੋਏ ਹਨ। ਪੁਨੇ ਪ੍ਰਕਾਸ਼ ਭਇਓ ਰਵ ਚੜਿਓ। ਬੈਠਿਆਂ ਬੈਠਿਆਂ ਦਿਨ ਚੜ ਗਿਆ, ਸੂਰਜ ਉਦੇ ਹੋਇਆ, ਸੂਰਜ ਦੀ ਰੋਸ਼ਨੀ ਚਾਰੇ ਪਾਸੇ ਫੈਲੀ ਹੈ। ਸਭ ਸੰਗਤ ਸੁਨ ਸੁਨ ਮੁਦ ਬੜਿਓ। ਸ਼ਹਿਰ ਦੀ ਸਾਰੀ ਸੰਗਤ ਨੂੰ ਖਬਰ ਪਹੁੰਚ ਗਈ ਸਤਿਗੁਰਾਂ ਦੇ ਆਉਣ ਦੀ।
ਸੰਗਤ ਦੇ ਮਨਾਂ 'ਚ ਚਾਉ ਜਾਗ ਪਿਆ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ। ਆਏ ਆਏ ਦਰਸ਼ਨ ਕੋ ਕਰੇ। ਆਉਣ ਲੱਗੇ ਸਿੱਖ, ਆਣ ਕੇ ਮਹਾਰਾਜ ਜੀ ਦੇ ਸੋਹਣੇ ਦਰਸ਼ਨ ਪਰਸਣ ਲੱਗੇ ਹਨ। ਬੰਦੇ ਚਰਨ ਉਪਾਇਨ ਤਰੇ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੰਦਨਾ ਕਰਦੇ ਨੇ। ਸੋਹਣੀਆਂ ਭੇਟਾਵਾਂ ਉਹ ਲਿਆ ਕੇ ਮਹਾਰਾਜ ਜੀ ਦੇ ਚਰਣੀ ਭੇਟਾ ਕਰਦੇ ਹਨ। ਤਬੇ ਅਰਥ ਮਲ ਚਲ ਕਰ ਆਇਓ। ਇੰਨੇ ਨੂੰ ਗੋਇੰਦਵਾਲ ਸਾਹਿਬ ਤੋਂ ਬਾਬਾ ਅਰਥਮਲ ਜੀ ਵੀ ਚੱਲ ਕੇ ਪਹੁੰਚ ਗਏ। ਉਹ ਵੀ ਲਾਹੌਰ ਸ਼ਹਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਏ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ। ਆ ਕੇ ਸਤਿਗੁਰਾਂ ਦੇ ਚਰਨਾਂ 'ਚ ਬਾਬਾ ਅਰਥਮਲ ਜੀ ਨੇ ਸੀਸ ਝੁਕਾਇਆ। ਸੀਸ ਝੁਕਾ ਕੇ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਮਿਲੇ ਹਨ। ਜੇਠੋ ਪੁੱਤਰ ਮੋਰੀ ਕੇਰਾ। ਬਾਬਾ ਅਰਥਮਲ ਜੀ ਬਾਬਾ ਮੋਰੀ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਬਾਬਾ ਅਰਥਮਲ ਜੀ ਬਾਬਾ ਮੋਰੀ ਜੀ ਦੇ ਵੱਡੇ ਪੁੱਤਰ ਸਨ। ਪਰ ਕਰ ਅੰਕ ਮਿਲੇ ਤਿਸ ਬੇਰਾ। ਮਹਾਰਾਜ ਜੀ ਗੱਲ ਵਕੜੀ ਪਾ ਕੇ ਮਿਲੇ ਹਨ, ਕਿਉਂਕਿ ਭਰਾ ਸਨ ਰਿਸ਼ਤੇ 'ਚ ਲੱਗਦੇ। ਮਾਮੇ ਦੇ ਪੁੱਤਰ ਸੀ ਨਾ ਬਾਬਾ ਮੋਰੀ ਜੀ, ਮਹਾਰਾਜ ਜੀ ਦੇ ਮਾਮਾ ਜੀ ਸਨ। ਤੇ ਮਾਮੇ ਦੇ ਪੁੱਤ ਅਰਥਮਲ ਨੂੰ ਗੱਲ ਵਕੜੀ 'ਚ ਲੈ ਕੇ ਪੰਜਵੇਂ ਪਾਤਸ਼ਾਹ ਮਿਲੇ ਹਨ। ਸਾਦਰ ਨਿਕਟ ਬਿਠਾਵਨ ਕਰਿਓ। ਸਤਿਕਾਰ ਦੇ ਕੇ ਬਾਬਾ ਅਰਥਮਲ ਜੀ ਨੂੰ ਆਪਣੇ ਨੇੜੇ ਬਿਠਾਇਆ ਹੈ। ਪ੍ਰਿਤਕ ਸਬਨ ਤੇ ਹੋਏ ਹਿਤ ਧਰਿਓ। ਸਾਰਿਆਂ ਤੋਂ ਥੋੜਾ ਜਿਹਾ ਅਲੱਗ ਹੋ ਕੇ, ਵੱਖਰਿਆਂ ਹੋ ਕੇ ਮਹਾਰਾਜ ਜੀ ਬੈਠੇ ਬਾਬਾ ਅਰਥਮਲ ਜੀ ਨਾਲ ਵਿਚਾਰਾਂ ਕਰਦੇ ਨੇ। ਜਿਸ ਪ੍ਰਕਾਰ ਕੋ ਕਾਰਨ ਕਰਨਾ। ਜਿਸ ਪ੍ਰਕਾਰ ਦਾ ਕਾਰਨ ਗੁਰੂ ਸਾਹਿਬ ਨੇ ਕਰਨਾ, ਜੋ ਕਰਨ ਮਹਾਰਾਜ ਜੀ ਆਏ ਹਨ। ਨਿਕਟ ਅਰਥਮਲ ਕੋ ਸੋ ਬਰਨਾ। ਮਹਾਰਾਜ ਜੀ ਨੇ ਉਹ ਬਾਬਾ ਅਰਥਮਲ ਜੀ ਨੂੰ ਸਾਰਾ ਕਾਰਨ ਵਰਣਨ ਕਰਕੇ ਸੁਣਾਇਆ। ਬਾਬਾ ਅਰਥਮਲ ਜੀ ਨੂੰ ਸਾਰਾ ਕਾਰਨ ਦੱਸਿਆ ਹੈ। ਹਮਰੇ ਤਨ ਕੋ ਹੈ ਅਬ ਅੰਤ। ਮਹਾਰਾਜ ਜੀ ਕਹਿਣ ਲੱਗੇ ਬਾਬਾ ਅਰਥਮਲ ਜੀ, ਹੁਣ ਸਾਡੇ ਸਰੀਰ ਦਾ ਅੰਤਮ ਵੇਲਾ ਹੈ। ਸਾਡੇ ਤਨ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ। ਤਜਬੇ ਕੋ ਸਭ ਸੁਨੋ ਬਿਰਤਾਂਤ। ਸਾਡੇ ਸਰੀਰ ਦੇ ਤਿਆਗਣ ਦਾ ਜੋ ਬਿਰਤਾਂਤ ਹੈ ਉਹ ਸੁਣੋ, ਤੁਹਾਨੂੰ ਦੱਸਦੇ ਹਾਂ। ਮਹਾ ਵਿਰੋਧੀ ਹਮਰੇ ਜੇ ਹੈ। ਜਿਹੜੇ ਸਾਡੇ ਵੱਡੇ ਭਾਰੀ ਵਿਰੋਧੀ ਹਨ ਇਸ ਲਾਹੌਰ ਸ਼ਹਿਰ ਵਿੱਚ ਹਨ। ਸਿਰ ਅਪਰਾਧ ਤਿਨੋਂ ਕੇ ਦੈ ਹੈ। ਅਸੀਂ ਆਪਣੇ ਸਰੀਰ ਤਿਆਗਣ ਦਾ ਜਿਹੜਾ ਅਪਰਾਧ ਹੈ ਉਹਨਾਂ ਦੇ ਸਿਰ ਤੇ ਦੇਣਾ। ਜਿਹੜੇ ਸਾਡੇ ਵਿਰੋਧੀ ਨੇ ਚੰਦੂ ਵਰਗੇ, ਉਹਨਾਂ ਦੇ ਸਿਰ ਤੇ ਆਪਣੇ ਸਰੀਰ ਨੂੰ ਤਿਆਗਣ ਦਾ ਅਪਰਾਧ ਦੇਣਾ ਹੈ। ਅਪਰਾਧੀ ਜਬ ਹੋਏ ਵਿਸਾਲਾ। ਇਹ ਜਦੋਂ ਵੱਡੇ ਅਪਰਾਧੀ ਹੋਣਗੇ, ਸਾਡਾ ਕਤਲ ਕਰਨ ਦਾ ਅਪਰਾਧ ਜਦੋਂ ਇਹਨਾਂ ਦੇ ਸਿਰ ਤੇ ਲੱਗੇਗਾ, ਉਚਿਤ ਸਜਾਏ ਬਨੇ ਤਿਸ ਕਾਲਾ। ਫਿਰ ਇਹ ਸਜ਼ਾ ਦੇ ਉਚਿਤ ਹੋਣਗੇ, ਫਿਰ ਇਹ ਦੰਡ ਦੇ ਉਚਿਤ ਹੋਣਗੇ, ਫਿਰ ਇਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸ਼੍ਰੀ ਹਰਿ ਗੋਬਿੰਦ ਚੰਦ ਬਿਲੰਦੇ। ਔਰ ਉਹ ਸਜ਼ਾ ਕੌਣ ਦੇਣਗੇ? ਉਹ ਸਜ਼ਾ ਦੇਣਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇਹਨਾਂ ਦੇ ਇਸ ਅਪਰਾਧ ਦੀ ਸਜ਼ਾ ਇਹਨਾਂ ਨੂੰ ਦੇਣਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਸੰਕਟ ਦੇ ਦੁਸ਼ਟ ਹੱਥ ਬ੍ਰਿੰਦੇ। ਇਹਨਾਂ ਦੁਸ਼ਟਾਂ ਦਾ ਨਾਸ਼ ਕਰਕੇ ਇਹਨਾਂ ਦੁਸ਼ਟਾਂ ਨੂੰ ਭਾਰੀ ਸੰਕਟ ਦੇਣਗੇ। ਸੁਨਤ ਅਰਥ ਮਲ ਪੂਜਨ ਕਰੇ। ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਅਰਥਮਲ ਜੀ ਪੁੱਛਣ ਲੱਗੇ, ਕਹੋ ਮੋਏ ਕਿਮ ਤਨ ਪਰ ਹਰੇ। ਮਹਾਰਾਜ ਜੀ ਇਹ ਗੱਲ ਕਿਵੇਂ ਕਹਿ ਰਹੇ ਹੋ ਆਪ ਜੀ ਮੈਨੂੰ ਕਿ ਤੁਸੀਂ ਸਰੀਰ ਤਿਆਗਣ ਲੱਗੇ ਹੋ? ਇੱਕਦਮ ਇਹ ਗੱਲ ਕਿਵੇਂ ਕਹਿ ਰਹੇ ਹੋ, ਕਿਵੇਂ ਆਖ ਰਹੇ ਹੋ? ਸ਼੍ਰੀ ਅਰਜਨ ਸਭ ਗਾਥ ਬਖਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਬੋਲੇ, ਕਹਿਣ ਲੱਗੇ, ਚੰਦੂ ਦੂਤੀ ਕਰਤ ਮਾਨੀ। ਮਹਾਰਾਜ ਜੀ ਕਹਿੰਦੇ ਅਰਥਮਲ ਇਹ ਸਰੀਰ ਤਿਆਗਣ ਦੇ ਸਾਰੇ ਕਾਰਨ ਬਣ ਚੁੱਕੇ ਹਨ। ਚੰਦੂ ਜੋ ਸਾਡੇ ਘਰ ਦਾ ਵੱਡਾ ਵਿਰੋਧੀ ਹੈ, ਉਹਨੇ ਬਾਦਸ਼ਾਹ ਦੇ ਕੰਨ ਭਰੇ ਨੇ। ਬਾਦਸ਼ਾਹ ਪਹਿਲਾਂ ਹੀ ਸਾਡਾ ਵਿਰੋਧੀ ਹੈ, ਫਿਰ ਚੰਦੂ ਨੇ ਉਹਦੇ ਕੰਨ ਭਰੇ ਨੇ ਸਾਡੀ ਚੁਗਲੀ ਕਰਕੇ। ਪ੍ਰਥਮ ਕਹਿਤ
ਇਹ ਚੋਰ ਲਗਾਵੇ। ਪਹਿਲਾਂ ਤਾਂ ਚੰਦੂ ਨੇ ਚੁਗਲੀ ਕੀਤੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਕੋਲ ਚੋਰ ਰੱਖਦੇ ਨੇ, ਉਹ ਚੋਰਾਂ ਨੂੰ ਪਨਾਹ ਦਿੰਦੇ ਹਨ। ਸ਼ਾਹ ਸਮਾਜ ਮਿਲੇ ਚੁਰਵਾਵੇ। ਬਾਦਸ਼ਾਹ ਦਾ ਜਿਹੜਾ ਸਮਾਨ ਹੈ ਉਹ ਚੋਰੀ ਕਰਵਾਉਂਦੇ ਨੇ ਗੁਰੂ ਜੀ, ਬਾਦਸ਼ਾਹ ਦਾ ਅਸਬਾਬ ਚੋਰੀ ਕਰਵਾਉਂਦੇ ਨੇ। ਇਹ ਚੁਗਲੀ ਲਾਈ ਹੈ ਚੰਦੂ ਨੇ। ਪੁਨੇ ਸਜਾਦਾ ਇੱਕ ਚੱਲ ਆਇਓ। ਫਿਰ ਬਾਦਸ਼ਾਹ ਦਾ ਇੱਕ ਲੜਕਾ ਸੀ ਸਹਿਜਾਦਾ ਖੁਸਰੋ, ਉਹ ਸਾਡੇ ਕੋਲ ਚੱਲ ਕੇ ਆਇਆ ਸੀ। ਦੀਨ ਜਾਨ ਤੇ ਭੋਜਨ ਉਹ ਖਵਾਇਓ। ਵਿਚਾਰਾ ਗਰੀਬ ਬੜਾ ਕੰਗਲਾ ਜਿਹਾ ਬਣ ਕੇ ਆਇਆ ਸੀ, ਅਸੀਂ ਉਹਨੂੰ ਦੀਨ ਜਾਣ ਕੇ ਭੋਜਨ ਛਕਾਇਆ। ਗੁਰੂ ਕੇ ਲੰਗਰਾਂ ਵਿੱਚ ਉਹਨੂੰ ਰਸਤਾਂ ਬਸਤਾਂ ਦਿੱਤੀਆਂ ਹਨ। ਇਹ ਦੂਤੀ ਕੀ ਨਸਮਤ ਮੰਦ। ਇਹ ਚੁਗਲੀ ਵੀ ਮਾੜੀ ਮੱਤ ਵਾਲੇ ਚੰਦੂ ਨੇ ਜਹਾਂਗੀਰ ਨੂੰ ਲਾਈ ਹੈ। ਸ਼ਾਹ ਸਿਖਾਏ ਰਿਸਾਏ ਬਿਲੰਦ। ਔਰ ਬਾਦਸ਼ਾਹ ਨੂੰ ਸਿਖਾ ਕੇ ਉਹਨੂੰ ਸਾਡੇ ਤੇ ਪੂਰਾ ਨਾਰਾਜ਼ ਕੀਤਾ ਹੈ, ਪੂਰਾ ਸਾਡੇ ਨਾਲ ਗੁੱਸੇ ਵਿੱਚ ਲਿਆਂਦਾ ਹੈ। 2 ਲੱਖ ਲਿਖ ਦੰਡ ਪਠਾਇਓ। ਔਰ ਬਾਦਸ਼ਾਹ ਨੇ ਪਰਵਾਨਾ ਲਿਖ ਕੇ ਭੇਜਿਆ ਸਾਡੇ ਕੋਲ ਕਿ ਤੁਹਾਡਾ ਇਹ ਜਿਹੜਾ ਜ਼ੁਲਮ ਹੈ ਇਹਦੇ ਪ੍ਰਤੀ ਤੁਸੀਂ 2 ਲੱਖ ਰੁਪਈਆ ਜਿਹੜਾ ਟੈਕਸ ਹੈ ਉਹ ਸਾਨੂੰ ਤਾਰੋ, 2 ਲੱਖ ਰੁਪਈਆ ਦੰਡ ਸਾਨੂੰ ਤਾਰੋ। ਐ ਦੀਲੇ ਅਮਰੇ ਟਿਗ ਆਇਓ। ਉਹ ਜਿਹੜਾ ਪਰਵਾਨਾ ਸੀ ਐਦੀ ਲੈ ਕੇ ਸਾਡੇ ਕੋਲ ਚੱਲ ਕੇ ਆਏ ਸਨ। ਜਾਂ ਤੇ ਮਹਾ ਦੁਸ਼ਟ ਹੈ ਏ। ਇਸ ਕਰਕੇ ਬਾਬਾ ਅਰਥਮਲ ਜੀ ਇਹ ਬੜੇ ਦੁਸ਼ਟ ਨੇ, ਬੜੇ ਮਲੇਛ ਨੇ। ਇਹਨਾਂ ਨੇ ਆ ਮਲੇਛਤਾਈ ਸਾਰੀ ਕੀਤੀ ਰਚੀ ਹੈ। ਦੋਸ਼ ਤਜਨ ਤਨ ਸਿਰ ਇਸ ਦੇਈ। ਅਸੀਂ ਆਪਣੇ ਸਰੀਰ ਤਜਣ ਦਾ ਜਿਹੜਾ ਦੋਸ਼ ਹੈ ਉਹ ਚੰਦੂ ਦੇ ਸਿਰ ਤੇ ਮੜਨਾ ਹੈ, ਚੰਦੂ ਦੇ ਸਿਰ ਤੇ ਲਾਉਣਾ ਹੈ। ਪੁਨ ਹਮਰੇ ਨਾਨੇ ਬਚ ਕਇਓ। ਫਿਰ ਨਾਲੇ ਸਾਡੇ ਪ੍ਰਤੀ ਇਹ ਬਚਨ ਹਨ। ਮਾਤਾ ਨੇ ਜਬ ਹੀ ਬਰ ਲਿਓ। ਸਾਡੇ ਨਾਨਾ ਜੀ ਨੇ ਵੀ ਇਹ ਬਚਨ ਕੀਤੇ ਸੀ। ਜਦੋਂ ਸਾਡੇ ਮਾਤਾ ਜੀ ਨੇ ਕਿਹਾ ਸੀ, ਮਾਤਾ ਭਾਨੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿ ਪਿਤਾ ਜੀ ਗੁਰਤਾ ਗੱਦੀ ਮੇਰੀ ਅੰਸ਼ ਵੰਸ਼ ਵਿੱਚ ਰਹੇ, ਆ ਉਸ ਵਕਤ ਸਾਡੇ ਨਾਨਾ ਜੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ। ਗੁਰਤਾ ਰਹੇ ਹਮਾਰੇ ਘਰ ਮੈਂ। ਮਾਤਾ ਜੀ ਨੇ ਕਿਹਾ ਸੀ ਪਿਤਾ ਜੀ ਨੂੰ, ਨਾਨਾ ਜੀ ਨੂੰ ਕਿ ਗੁਰਤਾ ਸਾਡੇ ਘਰ ਵਿੱਚ ਰਹੇ। ਆਪਣੇ ਜਾਵੇ ਬੰਸ ਅਪਰ ਮੈਂ। ਇਹ ਹੁਣ ਕਿਸੇ ਦੂਜੇ ਬੰਸ ਵਿੱਚ ਨਾ ਜਾਵੇ, ਮੇਰੇ ਬੰਸ ਦੇ ਵਿੱਚ ਹੀ ਰਹੇ। ਸਲਤਾ ਜਲ ਚਲਤਾ ਤੁਮ ਰੋਕਿਓ। ਨਾਨਾ ਜੀ ਨੇ ਕਿਹਾ ਸੀ ਵੀ ਤੂੰ ਚੱਲਦਾ ਦਰਿਆ ਜਿਹੜਾ ਹੈ ਉਹ ਰੋਕਿਆ ਹੈ। ਹੋਏ ਐ ਸੰਕਟ ਏਵ ਬਿਲੋਕਿਓ। ਆਖਿਆ ਹੁਣ ਰਹੇਗੀ ਤੇਰੀ ਅੰਸ਼ ਵਿੱਚ ਹੀ, ਪਰ ਸੰਕਟ ਬੜੇ ਆਉਣਗੇ। ਆਉਣ ਵਾਲੇ ਸਮੇਂ ਵਿੱਚ ਬੜੀਆਂ ਮਸ਼ੱਕਤਾਂ ਘਾਲਣੀਆਂ ਪੈਣਗੀਆਂ। ਇਹ ਕੋਈ ਸਰਾਪ ਨਹੀਂ ਸੀ ਦਿੱਤਾ ਮਹਾਰਾਜ ਗੁਰੂ ਅਮਰਦਾਸ ਜੀ ਨੇ। ਇਹ ਆਉਣ ਵਾਲੇ ਸਮੇਂ 'ਚ ਜੋ ਵਰਤਣਾ ਸੀ ਉਹ ਦੱਸ ਰਹੇ ਗੁਰੂ ਸਾਹਿਬ ਨੂੰ ਦਿਸਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਬੜੇ ਬੜੇ ਸੰਕਟ ਆਉਣੇ ਨੇ। ਤੋ ਇਸ ਕਰਕੇ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ ਕਿ ਤੁਸੀਂ ਚੱਲਦਾ ਦਰਿਆ ਰੋਕਿਆ ਹੈ, ਬੜੇ ਭਾਰੀ ਸੰਕਟ ਆਉਣਗੇ। ਸੋ ਅਬ ਫੁਰੇ ਕਰੇ ਹਮ ਸਾਚੇ। ਉਹ ਜੋ ਬਚਨ ਸਾਡੇ ਨਾਨਾ ਗੁਰੂ ਜੀ ਨੇ ਕੀਤੇ ਸਨ ਉਹ ਹੁਣ ਫੁਰ ਰਹੇ ਹਨ। ਸਮੇਂ ਨਿਕਟ ਤੇ ਤਨ ਨੇ ਬਾਚੇ। ਹੁਣ ਸਮਾਂ ਨੇੜੇ ਹੈ, ਇਹ ਤਨ ਹੁਣ ਨਹੀਂ ਬਚਣਾ ਬਾਬਾ ਅਰਥਮਲ ਜੀ। ਸੋ ਸਭ ਕਾਰਨ ਆਏ ਮਿਲੇ ਹੈ। ਇਸ ਸਰੀਰ ਨੂੰ ਤਿਆਗਣ ਦੇ ਜਿੰਨੇ ਕਾਰਨ ਸਨ ਉਹ ਸਾਰੇ ਕਾਰਨ ਹੁਣ ਆ ਕੇ ਮਿਲ ਗਏ ਨੇ, ਇਕੱਠੇ ਹੋ ਚੁੱਕੇ ਹਨ। ਅਬ ਤਨ ਤਿਆਗਨ ਲਖਿਓ ਭਲੇ ਹੈ। ਹੁਣ ਤਾਂ ਇਸ ਤਨ ਨੂੰ ਤਿਆਗਣਾ ਹੀ ਭਲਾ ਹੈ, ਸ੍ਰੇਸ਼ਟ ਹੈ। ਸੁਨਤ ਅਰਥ ਮਲ ਸ਼ੋਕ ਵਿਸਾਲਾ। ਸੁਣ ਕੇ ਬਾਬਾ ਅਰਥਮਲ ਜੀ ਦੇ ਮਨ 'ਚ ਬੜਾ ਡਾਢਾ ਸ਼ੋਕ ਹੋਇਆ ਜਦੋਂ ਇਹ ਗੱਲਾਂ ਬਾਬਾ ਅਰਥਮਲ ਜੀ ਨੇ ਸੁਣੀਆਂ। ਰੁਚਰ ਬਿਲੋਚਨ ਤੇ ਜਲ ਡਾਲਾ। ਬਾਬਾ ਜੀ ਦੇ ਨੇਤਰ ਭਰ ਆਏ, ਬਾਬਾ ਅਰਥਮਲ ਜੀ ਦੇ ਅੱਖਾਂ ਭਰ ਆਈਆਂ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨਾਲ ਪਿਆਰ ਬੜਾ ਸੀ ਇਹਨਾਂ ਦਾ। ਤਦੇ ਤੇ ਗੁਰੂ ਸਾਹਿਬ ਨੇ ਉਚੇਚੇ ਤੌਰ ਤੇ ਬੁਲਾਇਆ ਵੀ ਉਹਨਾਂ ਨੂੰ ਕਹੋ ਵੀ ਸਾਨੂੰ ਮਿਲ ਕੇ ਜਾਣ। ਇਹ ਗੂੜੀ ਪ੍ਰੀਤ ਸੀ ਬਾਬੇ ਅਰਥਮਲ ਜੀ ਹੋਣਾ ਨਾਲ, ਬਾਬਾ ਮੋਹਰੀ ਜੀ ਹੋਣਾ ਨਾਲ।
ਗੁਰੂ ਅਮਰਦਾਸ ਜੀ ਦੀ ਅੰਸ ਬੰਸ ਨਾਲ ਮਹਾਰਾਜ ਜੀ ਦਾ ਇਹ ਪਿਆਰ ਸੀ। ਤੋ ਬਾਬਾ ਅਰਥਮਲ ਜੀ ਦੇ ਇੱਕਦਮ ਨੇਤਰ ਭਰ ਆਏ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ। हे प्रभु तुम अलेप सब समय। ਕਹਿਣ ਲੱਗੇ हे ਪ੍ਰਭੂ ਤੁਸੀਂ ਸਦਾ ਸਭ ਸਮੇਂ ਅਲੇਪ ਹੋ, ਤੁਸੀਂ ਕਦੇ ਕਿਸੇ ਚੀਜ਼ ਕਰਕੇ ਲਿਪਾਏ ਮਾਨ ਨਹੀਂ ਹੁੰਦੇ। दर्श लाभ सुख जो बड़ हमें। ਆਪ ਜੀ ਦੇ ਦਰਸ਼ਨਾਂ ਦਾ ਜੋ ਪੂਰਨ ਲਾਭ ਹੈ ਇਹ ਸਾਡੇ ਲਈ ਸਭ ਤੋਂ ਵੱਡਾ ਸੁੱਖ ਹੈ। ਤੁਹਾਡੇ ਦਰਸ਼ਨਾਂ ਦਾ ਜਿਹੜਾ ਲਾਭ ਹੈ ਇਹ ਸਾਡੇ ਵਾਸਤੇ ਸਭ ਤੋਂ ਵੱਡਾ ਸੁੱਖ ਹੈ। सिख संगत सब ਰਹੇ ਬਿਸੂਰਤ। ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਰੀ ਸਿੱਖ ਸੰਗਤ ਝੂਰਦੀ ਰਹੇਗੀ। ਕਰਤ ਪ੍ਰੇਮ ਹੇਰਤ ਤੁਮ ਮੂਰਤ। ਸੰਗਤ ਤੁਹਾਡੇ ਨਾਲ ਪ੍ਰੇਮ ਕਰਦੀ ਹੈ ਔਰ ਤੁਹਾਡੀ ਸੋਹਣੀ ਸੁੰਦਰ ਮੂਰਤ ਨੂੰ ਵੇਖਦੀ ਹੈ। ਕਰੋ ਅਨੇਕਨ ਕੋ ਕਲਿਆਣ। ਤੁਸੀਂ ਆਪਣੇ ਅਨੇਕ ਸਿੱਖਾਂ ਸੇਵਕਾਂ ਦੀ ਕਲਿਆਣ ਕਰਦੇ ਹੋ ਮਹਾਰਾਜ ਜੀ। ਪਰ ਉਪਕਾਰੀ ਸਦਾ ਮਹਾਨ। ਹਮੇਸ਼ਾ ਪਰਉਪਕਾਰੀ ਹੋ, ਪਰਉਪਕਾਰ ਚਿਤਵਦੇ ਹੋ, ਪਰਉਪਕਾਰ ਹੀ ਕਰਦੇ ਹੋ। ਤੁਰਕ ਯੁਕਤ ਚੰਦੂ ਦੁਖ ਪਾਵੇ। ਇਹ ਤੁਰਕਾਂ ਦੇ ਸਮੇਤ ਚੰਦੂ ਦੁੱਖ ਪਾਵੇਗਾ, ਵੱਡਾ ਦੁੱਖ ਪ੍ਰਾਪਤ ਕਰੇਗਾ। ਹਰਖ ਤਰਤ ਔਰ ਬਿਕ ਕੋ ਖਾਵੇ। ਇਹ ਖੁਸ਼ੀ ਦੇ ਨਾਲ ਜ਼ਹਿਰ ਖਾ ਰਹੇ ਨੇ ਚੰਦੂ ਵਰਗੇ ਮਲੇਛ, ਇਹ ਖੁਸ਼ੀ ਨਾਲ ਜ਼ਹਿਰ ਖਾ ਰਹੇ ਨੇ ਪਰ ਇਹ ਖਾਦਾ ਹੋਇਆ ਜ਼ਹਿਰ ਇਹਨਾਂ ਦੇ ਲਈ ਘਾਤਕ ਸਾਬਤ ਹੋਵੇਗਾ। ਇਹ ਜ਼ਹਿਰ ਇਹਨਾਂ ਲਈ ਦੁਖਦਾਈ ਸਾਬਤ ਹੋਵੇਗਾ। ਜਬ ਕਟ ਅੰਤਰ ਪਹੁੰਚੈ ਜਾਈ। ਹਾਲੇ ਤਾਂ ਇਹਨਾਂ ਨੂੰ ਇਹ ਜ਼ਹਿਰ ਮਿੱਠਾ ਲੱਗ ਰਿਹਾ ਹੈ ਪਰ ਜਦੋਂ ਇਹ ਜ਼ਹਿਰ ਇਹਨਾਂ ਦੇ ਘਟ ਦੇ ਅੰਦਰ ਉਤਰੇਗਾ, ਇਹਨਾਂ ਦੇ ਅੰਦਰ ਜਾਵੇਗਾ, ਸੋਖੈ ਅੰਗ ਪ੍ਰਾਨ ਬਿਨਸਾਈ। ਉਹ ਇਹਨਾਂ ਦੇ ਅੰਗਾਂ ਨੂੰ ਸੋਖ ਲਵੇਗਾ ਔਰ ਉਹ ਜ਼ਹਿਰ ਇਹਨਾਂ ਦੇ ਪ੍ਰਾਣ ਕੱਢ ਕੇ ਰੱਖ ਦੇਵੇਗਾ। ਤੈਸੇ ਅਬ ਇਹ ਨਾਏ ਨ ਜਾਣੇ। ਇਸੇ ਤਰ੍ਹਾਂ ਇਹ ਗੱਲ ਹਾਲੇ ਨਹੀਂ ਇਹ ਸਮਝ ਰਹੇ, ਹਾਲੇ ਨਹੀਂ ਇਹ ਜਾਣ ਰਹੇ ਵੀ ਇਹ ਕੀ ਕਰ ਰਹੇ ਨੇ। ਹਾਲੇ ਆਪਣੇ ਰਾਜ ਭਾਗ ਦੇ ਨਸ਼ੇ 'ਚ ਮਗਰੂਰ ਨੇ। ਇਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਅਸੀਂ ਕੀ ਪੇ ਕਰਦੇ ਹਾਂ। ਜਹਾਂਗੀਰ ਦੀ ਕੋਈ ਥੋੜੀ ਮਾੜੀ ਹਾਲਤ ਹੋਈ, ਜਹਾਂਗੀਰ ਦੀ ਵੀ ਕਾਫੀ ਦੁਰਦਸ਼ਾ ਹੋਈ ਸੀ। ਕਹਿਣ ਲੱਗੇ ਹਾਲੇ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਸੰਗ ਨਿਰਵੈਰ ਵੈਰ ਜੋ ਠਾਨੇ। ਜਿਹੜੇ ਨਿਰਵੈਰਾਂ ਨਾਲ ਵੈਰ ਰਚਦੇ ਨੇ, ਨਿਰਵੈਰਾਂ ਨਾਲ ਵੈਰ ਕਮਾਉਂਦੇ ਹਨ। ਆਪਦ ਪਰੇ ਇਨੋ ਪਰ ਜਬੇ। ਉਹ ਫਿਰ ਉਦੋਂ ਸਮਝਦੇ ਨੇ ਜਦੋਂ ਉਹਨਾਂ ਤੇ ਕੋਈ ਆਪਦਾ ਪੈਂਦੀ ਹੈ, ਜਦੋਂ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਪੈਂਦਾ ਹੈ। ਇਸ ਫਲ ਕੋ ਪਾਵੇਂਗੇ ਤਬੇ। ਇਸ ਫਲ ਨੂੰ ਇਹ ਤਾਂ ਪ੍ਰਾਪਤ ਕਰਨਗੇ ਉਦੋਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੀ ਕਰਨੀ ਕਰਤੂਤ ਦਾ ਸਾਨੂੰ ਆ ਫਲ ਮਿਲ ਰਿਹਾ ਹੈ। ਜੋ ਕਰਤੇ ਨੇ ਕਾਰਨ ਕਰਨੇ। ਜੋ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਾਰਨ ਕਰਨਾ ਹੈ, ਸੋ ਸਭ ਤੇ ਕਾਰਜ ਹੈ ਸਰਨੇ। ਉਹੀ ਕੰਮ ਸਾਰਿਆਂ ਤੋਂ ਸਰਨਾ, ਉਹੀ ਕੰਮ ਸਾਰਿਆਂ ਤੋਂ ਹੋਣਾ ਹੈ। ਅਬ ਚੱਲ ਨੀਵ ਰੱਖੀ ਗੁਰ ਨਾਨਕ। ਆ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ, ਸਿੱਖੀ ਦੀ ਨੀਂਹ, ਇਹ ਗੁਰੂ ਨਾਨਕ ਸਾਹਿਬ ਨੇ ਰੱਖੀ ਆ ਔਰ ਇਹ ਅਬਚਲ ਨੀਂਵ ਹੈ। ਅਬਚਲ ਜੋ ਕਦੇ ਚਲਾਏ ਮਾਨ ਨਹੀਂ ਹੋਵੇਗੀ। ਜਿਹੜੀ ਇਹ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ ਨਾ, ਇਹ ਅਬਚਲ ਨੀਂਵ ਧਰਾਈ ਨਾਨਕ। ਇਹ ਅਬਚਲ ਨੀਂਹ ਹੈ ਜਿਹੜੀ ਕਦੇ ਚਲਾਏ ਮਾਨ ਨਹੀਂ ਹੋਵੇਗੀ। ਜਿਹੜੀ ਕਿਸੇ ਨਾਦਰ ਕੋਲੋਂ, ਅਬਦਾਲੀ ਕੋਲੋਂ, ਮੀਰ ਮੰਨੂ ਕੋਲੋਂ, ਜ਼ਕਰੀਏ ਕੋਲੋਂ, ਯਹੀਆ ਖਾਂ ਵਰਗੇ ਕੋਲੋਂ, ਲਖਪਤ ਰਾਏ ਵਰਗਿਆਂ ਕੋਲੋਂ ਇਹ ਨਹੀਂ ਪੁੱਟੀ ਗਈ, ਇਹ ਅਬਚਲ ਨੀਂਹ ਹੈ। ਹਾਂਜੀ, ਪਚ ਹੈ ਨਿੰਦਕ ਦੁਸ਼ਟ ਅਚਾਨਕ। ਜਿਹੜੇ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਉਣਗੇ ਉਹ ਨਿੰਦਕ ਪਚ ਕੇ ਦੁਸ਼ਟ ਦੇ ਵਿੱਚ, ਦੁਸ਼ਟਤਾਈ ਦੇ ਵਿੱਚ ਖੁਆਰ ਹੋਣਗੇ। ਬਹੁਰ ਅਰਥ ਮਲ ਜੋੜੇ ਹਾਥ। ਇਹ ਸਭ ਕੁਝ ਕਹਿ ਕੇ ਬਾਬਾ ਅਰਥਮਲ ਜੀ ਨੇ ਆਪਣੇ ਹੱਥ ਜੋੜੇ।
ਸੁਨੋ ਬਿਨੇ ਸ਼੍ਰੀ ਅਰਜਨ ਨਾਥ। ਕਹਿਣ ਲੱਗੇ ਹੇ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ। ਮਮ ਕਾਇਆ ਹੈ ਆਪ ਅਗਾਰੀ। ਮਹਾਰਾਜ ਤੁਹਾਡੇ ਸਾਹਮਣੇ ਮੇਰਾ ਇਹ ਸਰੀਰ ਹਾਜ਼ਰ ਹੈ, ਆਪ ਜੀ ਦੇ ਸਨਮੁਖ ਮੇਰੀ ਇਹ ਕਾਇਆ ਹਾਜ਼ਰ ਹੈ। ਤਜ ਕਰ ਦਿਓ ਜਰ ਤੁਰਕ ਉਖਾਰੀ। ਜੇ ਮਹਾਰਾਜ ਤੁਰਕਾਂ ਦੀ ਜੜ ਪੁੱਟਣ ਵਾਸਤੇ ਹੀ ਆਪ ਜੀ ਨੇ ਸਰੀਰ ਤਿਆਗਣਾ ਹੈ, ਤੇ ਕਿਰਪਾ ਕਰੋ ਮੇਰਾ ਇਹ ਸਰੀਰ ਹਾਜ਼ਰ ਹੈ, ਮੈਂ ਇਹ ਸਰੀਰ ਤਿਆਗ ਦਿੰਨਾ ਜਿਹਦੇ ਨਾਲ ਤੁਰਕਾਂ ਦੀ ਜੜ ਪੁੱਟੀ ਜਾਏ। ਇਹ ਆ ਸਿੱਖ ਦੀ ਭਾਵਨਾ। ਮਹਾਰਾਜ ਮੈਂ ਆਪਣਾ ਸਰੀਰ ਤਿਆਗ ਦਿੰਦਾ ਹਾਂ, ਜਿਸ ਪਿਆਰੇ ਸੋ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਈਏ। ਬਾਬਾ ਅਰਥਮਲ ਜੀ ਕਹਿੰਦੇ ਮੈਂ ਆਪਣਾ ਸਰੀਰ ਤਿਆਗ ਦਿੰਦਾ ਸਤਿਗੁਰੂ, ਜੇ ਤੁਰਕਾਂ ਦੀ ਜੜ ਹੀ ਪੁੱਟਣੀ ਹੈ ਤੇ ਮੇਰੇ ਸਰੀਰ ਵਿੱਚ ਵੀ ਗੁਰੂ ਅਮਰਦਾਸ ਜੀ ਦਾ ਹੀ ਖੂਨ ਹੈ। ਮੈਂ ਆਪਣਾ ਸਰੀਰ ਤਿਆਗ ਕੇ ਨਾ ਪਾਪੀਆਂ ਦੀ ਜੜ ਪੁੱਟਦਾ ਹਾਂ। ਤੁਮ ਬਿਨ ਜਗ ਮੈਂ ਰਹਿਨ ਨਾ ਪਾਵੇ। ਮਹਾਰਾਜ ਤੁਹਾਡੇ ਬਿਨਾ ਮੈਂ ਇਸ ਜਗ 'ਚ ਰਹਿ ਕੇ ਕਰਨਾ ਹੀ ਕੀ ਹੈ। ਬਾਬਾ ਅਰਥਮਲ ਜੀ ਕਹਿੰਦੇ ਮਹਾਰਾਜ ਤੁਹਾਡੇ ਬਿਨਾ ਮੈਂ ਰਹਿ ਕੇ ਕਰਨਾ ਹੀ ਕੀ ਹੈ ਇਸ ਸੰਸਾਰ ਵਿੱਚ, ਤੁਹਾਡੇ ਬਿਨਾ ਮੈਂ ਨਹੀਂ ਰਹਿ ਸਕਾਂਗਾ। ਅਬ ਪਰਲੋਕ ਚਲਨ ਬਨ ਆਵੇ। ਮਹਾਰਾਜ ਤੁਹਾਡੇ ਸਰੀਰ ਤਿਆਗਣ ਤੋਂ ਪਹਿਲਾਂ ਮੈਂ ਪਰਲੋਕ ਚਲਾ ਜਾਵਾਂ ਮੇਰੀ ਇੱਛਾ ਹੈ, ਮੈਂ ਆਪਣਾ ਤਨ ਤਿਆਗ ਦੇਵਾਂ, ਇਹ ਮੇਰੀ ਇੱਛਾ ਮੇਰੇ ਸਤਿਗੁਰੂ ਜੀ ਪੂਰੀ ਕਰ ਦਿਓ। ਦਿਓ ਆਗਿਆ ਮੈਂ ਕਰੋ ਚਲਾਨਾ। ਆਗਿਆ ਦਿਓ ਮਹਾਰਾਜ ਮੈਂ ਚਲਾਣੇ ਕਰ ਜਾ, ਕਿਉਂਕਿ ਇਹ ਸੁਣ ਕੇ ਕਿ ਤੁਸੀਂ ਸ਼ਹੀਦ ਹੋ ਗਏ ਹੋ ਮੈਂ ਜਿਉਂਦਾ ਨਹੀਂ ਰਹਿ ਸਕਾਂਗਾ, ਮੈਂ ਜੀਵਤ ਨਹੀਂ ਰਹਿ ਸਕਾਂਗਾ। ਆਗਿਆ ਦਿਓ ਮੈਂ ਪਰਲੋਕ ਚਲਾ ਜਾਵਾਂ, ਮੇਰੇ ਤੇ ਇਹ ਤਰਸ ਕਰ ਦਿਓ ਸਤਿਗੁਰੂ ਜੀ। ਆਪ ਰੱਖੋ ਤਨ ਕਾਲ ਮਾਨਾ। ਮਹਾਰਾਜ ਜੇ ਮੇਰੀ ਕੋਈ ਉਮਰ ਬਾਕੀ ਹੈ ਤਾਂ ਉਹ ਤੁਸੀਂ ਲੈ ਲਓ, ਔਰ ਤੁਸੀਂ ਜੁਗਾਂ ਤਾਈਂ ਜੀਵੋ ਮੇਰੇ ਸਤਿਗੁਰੂ, ਆਪਣਾ ਇਹ ਤਨ ਲੰਮੇ ਸਮੇਂ ਤੱਕ ਰੱਖੋ। ਸ਼੍ਰੀ ਅਰਜਨ ਸੁਨ ਕਰ ਬਚ ਪ੍ਰੇਮ। ਬਾਬਾ ਅਰਥਮਲ ਜੀ ਦੇ ਪਿਆਰ ਭਰੇ ਬੋਲ, ਵਿਰਾਗ ਵਿੱਚ ਭਰੇ ਹੋਏ ਬੋਲ ਮਹਾਰਾਜ ਜੀ ਨੇ ਸੁਣੇ ਹਨ। ਸੁਣ ਕੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜਿੰਨਾ ਕੋਈ ਪ੍ਰੇਮ ਕਰਦਾ ਨਾ, ਉਹਦੇ ਨਾਲੋਂ ਕਈ ਗੁਣਾ ਵੱਧ ਪ੍ਰੇਮ ਮੇਰੇ ਸਤਿਗੁਰੂ ਜੀ ਕਰਦੇ ਹਨ। ਭਾਰੀ ਪ੍ਰੇਮ ਚ ਭਿੱਜੇ ਹੋਏ ਬਾਬਾ ਅਰਥਮਲ ਜੀ ਨੂੰ ਕਹਿਣ ਲੱਗੇ ਕਹਿਓ ਰਹੋ ਤੁਮ ਤਨ ਯੁਤ ਛੇਮ। ਆਖਿਆ ਨਹੀਂ ਬਾਬਾ ਅਰਥਮਲ ਜੀ ਹਾਲੇ ਤੁਹਾਡਾ ਜੀਵਨ ਬਾਕੀ ਹੈ, ਤੁਸੀਂ ਕਲਿਆਣ ਸਹਿਤ ਹਾਲੇ ਇਸ ਜਗਤ ਵਿੱਚ ਰਹੋ। ਰਹੀ ਆਰ ਬਲ ਬਾਸੁਰ ਚਾਲੀ। ਤੁਹਾਡੀ ਉਮਰ ਵੀ ਕੋਈ ਬਹੁਤੀ ਨਹੀਂ ਬਚੀ। ਬਾਬਾ ਅਰਥਮਲ ਜੀ ਤੁਸੀਂ ਵੀ ਸਾਡੇ ਕੋਲੇ ਹੀ ਆ ਜਾਣਾ, ਕਿਉਂਕਿ ਤੁਹਾਡੇ ਤਨ ਦੀ ਉਮਰ ਅੱਜ ਤੋਂ ਲੈ ਕੇ ਤਕਰੀਬਨ 40 ਦਿਨ ਬਾਕੀ ਰਹਿ ਗਈ ਹੈ। 40 ਦਿਨਾਂ ਬਾਅਦ ਤੁਸੀਂ ਵੀ ਸਾਡੇ ਕੋਲੇ ਹੀ ਆ ਜਾਣਾ ਹੈ, ਪਰ ਆਉਣਾ ਸਾਡੇ ਤੋਂ ਬਾਅਦ ਹੈ। ਬਾਬਾ ਜੀ ਕਹਿੰਦੇ ਮਹਾਰਾਜ ਜੇ 40 ਦਿਨ ਬਾਅਦ ਵੀ ਤਿਆਗਣਾ ਤੇ ਕਿਰਪਾ ਕਰੋ ਮੈਂ ਤੁਹਾਡੇ ਤੋਂ ਪਹਿਲਾਂ ਹੀ ਤਿਆਗ ਦਿਆਂ। ਮਹਾਰਾਜ ਜੀ ਕਹਿੰਦੇ ਨਹੀਂ, ਜੋ ਪਰਾਲਬਧ ਹੈ ਉਹ ਭੋਗਣੀ ਪਏਗੀ। 40 ਦਿਨ ਬਾਅਦ ਤੁਸੀਂ ਸਰੀਰ ਤਿਆਗੋਗੇ। ਤਬ ਤੁਮ ਕਾਇਆ ਤਜੋ ਸੁਖਾਲੀ। ਔਰ ਬੜੇ ਸੁਖਾਲੇ ਢੰਗ ਨਾਲ ਤੁਸੀਂ ਆਪਣੀ ਇਸ ਕਾਇਆ ਨੂੰ ਤਿਆਗੋਗੇ। ਮਿਲੋ ਆਨ ਪਰ ਲੋਕ ਸਮੋਈ। ਔਰ ਅੱਗੇ ਪਰਲੋਕ ਵਿੱਚ ਆ ਕੇ ਤੁਸੀਂ ਸਾਨੂੰ ਮਿਲੋਗੇ ਬਾਬਾ ਅਰਥਮਲ ਜੀ। ਨੈ ਵਿਯੋਗ ਬਹੁ ਦਿਨ ਕੋ ਹੋਈ। ਬਹੁਤਾ ਜ਼ਿਆਦਾ ਲੰਮਾ ਵਿਯੋਗ ਨਹੀਂ ਝੱਲਣਾ ਪੈਣਾ ਤੁਹਾਨੂੰ, ਬਹੁਤਾ ਲੰਮਾ ਵਿਛੋੜਾ ਨਹੀਂ ਝੱਲਣਾ ਪੈਣਾ ਬਾਬਾ ਅਰਥਮਲ ਜੀ। ਤੁਸੀਂ ਮਿਲੇ ਹੋਏ ਹੋ ਸਾਨੂੰ ਤੇ ਅੱਗੇ ਵੀ ਸਾਨੂੰ ਮਿਲੇ ਹੀ ਰਹੋਗੇ। ਇਮਦੈ ਧੀਰਜ ਰਾਖੇ ਉਪਾਸੀ। ਏਦਾਂ ਧੀਰਜ ਦੇ ਕੇ ਬਾਬਾ ਅਰਥਮਲ ਜੀ ਨੂੰ ਆਪਣੇ ਕੋਲ ਰੱਖਿਆ। ਅਨਕ ਰੀਤ ਕੀ ਕਥਾ ਪ੍ਰਕਾਸ਼ੀ।
ਬਚਨ ਬਿਲਾਸ ਹੋਏ, ਕਈ ਤਰ੍ਹਾਂ ਦੀਆਂ ਕਥਾਵਾਂ ਹੋਈਆਂ। ਲੰਗਰ ਲੱਗਿਓ ਹੋਨ ਗੁਰ ਕੇਰਾ, ਉਧਰ ਲੰਗਰ ਤਿਆਰ ਹੋਣ ਲੱਗਾ। ਅਰਪੈ ਸੰਗਤ ਆਨ ਕਨੇਰਾ, ਸੰਗਤ ਵੀ ਰਸਤ ਬਸਤ ਲਿਆ ਕੇ ਭੇਟਾ ਕਰਦੀ ਹੈ। ਆਵੇਂ ਸਿੱਖ ਟੋਲ ਕਰ ਕਨੇ, ਸਿੱਖ ਟੋਲੀਆਂ ਬੰਨ ਬੰਨ ਕੇ ਆਉਂਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਪੂਜ ਪੂਜ ਗਮਨੇ ਸੁਖ ਸਨੇ, ਸਤਿਗੁਰਾਂ ਦੇ ਚਰਨ ਪੂਜ ਪੂਜ ਕੇ ਸਾਰੇ ਜਾਂਦੇ ਹਨ। ਸ਼੍ਰੀ ਅਰਜਨ ਕੋ ਪੁਰ ਆਗਵਨੋ, ਔਰ ਮਹਾਰਾਜ ਜੀ ਦਾ ਨਗਰ ਵਿੱਚ ਆਗਮਨ ਹੋਇਆ ਹੈ। ਪਸਰੀ ਸੁਧ ਲਘੂ ਦੀਰਘ ਭਵਨੋ, ਵੱਡੇ ਛੋਟੇ ਸਾਰੇ ਘਰਾਂ ਵਿੱਚ ਖਬਰ ਪਹੁੰਚੀ ਹੈ। ਸ਼ਰਦਾ ਸਹਿਤ ਭਾਉ ਕੋ ਤਰ ਤਰ, ਬੜੀ ਸ਼ਰਧਾ ਧਾਰਨ ਕਰਕੇ ਮਨ 'ਚ ਪ੍ਰੇਮ ਵਸਾਉਂਦੇ ਹਨ। ਜਾਏ ਸੰਗਤਾਂ ਆਨੰਦ ਕਰ ਕਰ, ਹਿਰਦੇ ਵਿੱਚ ਭਾਰੀ ਆਨੰਦ ਕਰ ਕਰਕੇ ਜਾਂਦੀਆਂ ਨੇ ਸੰਗਤਾਂ। ਸੁਜਸ ਉਚਾਰਤ ਨਰ ਤ੍ਰਿਆ ਕਰ ਕਰ, ਉਪਦੇਸ਼ਤ ਨਿਤ ਸਿਮਰੋ ਹਰ ਹਰ। ਸਾਰੇ ਮਹਾਰਾਜ ਜੀ ਦਾ ਸੁਜਸ ਕਰਦਿਆਂ ਘਰਾਂ ਨੂੰ ਮੁੜਦੇ ਮਹਾਰਾਜ ਜੀ ਸਭ ਨੂੰ ਇੱਕੋ ਉਪਦੇਸ਼ ਦਿੰਦੇ, ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਇਹੀ ਨਾਮ ਤੁਹਾਡਾ ਆਸਰਾ ਹੈ, ਇਹੀ ਤੁਹਾਡੇ ਲਈ ਆਧਾਰ ਹੈ, ਇਹੀ ਤੁਹਾਡੇ ਲਈ ਟੇਕ ਹੈ। ਗਰੀਬ ਨਵਾਜ ਪਾਤਸ਼ਾਹ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਜਿਸ ਪਿਆਰੇ ਸਿਉਨੇ ਹੋ, 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 ਤਿਸ ਆਗੇ ਮਰ ਚੱਲੀਐ, 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 ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ। ਕਾਕੈ ਪਾਛੈ ਜੀਵਣਾ, ਕਾਕੈ ਪਾਛੈ ਜੀਵਣਾ, ਕਾਕੈ ਪਾਛੈ ਜੀਵਣਾ,
ਜੀਵਣਾ ਤਾਂ ਕੈ ਪਾਛੇ ਜੀਵਣਾ। ਵਾਹਿਗੁਰੂ 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 ਵਾਹਿਗੁਰੂ